जी का खालसा वाहिगुरु जी की फतेह। संगत जी जी आया जी आया जी आया संगत जी। तो ਅਸੀਂ ਪਿਛਲੇ ਸਮੇਂ ਤੋਂ ਸੰਗਤ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀਆਂ ਸਿੱਖਿਆਵਾਂ ਨੂੰ ਗੁਰਬਾਣੀ ਦੇ ਵਿੱਚੋਂ ਲੈ ਰਹੇ ਹਾਂ। ਅਸੀਂ ਸਾਰੇ ਜਾਣੇ ਗੁਰੂ ਮਹਾਰਾਜ ਜੀ ਬਾਣੀ ਦੇ ਵਿੱਚੋਂ ਸਾਨੂੰ ਉਪਦੇਸ਼ ਦੇ ਕੇ ਸਾਡਾ ਕਲਿਆਣ ਕਰ ਰਹੇ ਨੇ। ਜਿਵੇਂ ਮਾਤਾ ਪਿਤਾ ਆਪਣੇ ਬੱਚੇ ਨੂੰ ਚਾਹੁੰਦੇ ਨੇ ਉਹਦੇ ਵਿੱਚ ਸ਼ੁਭ ਗੁਣ ਆ ਜਾਣ, ਇਹਦੀਆਂ ਸਾਰੀਆਂ ਗੰਦੀਆਂ ਆਦਤਾਂ ਜਿਹੜੀਆਂ ਦੂਰ ਹੋ ਜਾਣ, ਹੈ ਨਾ, ਵਧੀਆ ਸਾਡਾ ਬੱਚਾ ਬਣੇ। ਇਵੇਂ ਹੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਾਨੂੰ ਇਤਨਾ ਸਵਾਰਨਾ ਚਾਹੁੰਦੇ ਨੇ, ਇਤਨਾ ਸਵਾਰਨਾ ਚਾਹੁੰਦੇ ਨੇ ਕਿ ਅਸੀਂ ਰੱਬ ਵਰਗੇ ਹੀ ਬਣ ਜਾਈਏ। ਕਿਉਂਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਸਾਨੂੰ ਰੱਬ ਵਰਗਾ ਹੀ ਬਣਾਉਣਾ ਚਾਹੁੰਦੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ। ਔਰ ਸਾਨੂੰ 3 ਸਿਧਾਂਤ, ਪਰਮ ਸਿਧਾਂਤ ਦਿੱਤੇ ਨੇ। ਸੁੱਚੀ ਕਿਰਤ ਕਰਨੀ, ਵਿਚਾਰਾਂ ਅਸੀਂ ਕਰ ਲਈਆਂ, ਨਾਮ ਜਪਣਾ, ਵੰਡ ਕੇ ਛਕਣਾ। ਸੋ ਹੋਰ ਮਹਾਰਾਜ ਨੇ ਸਾਨੂੰ ਕਿਹਾ ਵੀ ਰੱਬ ਦੀ ਰਜ਼ਾ ਵਿੱਚ ਰਾਜੀ ਰਹੋ, ਰੱਬੀ ਕਾਨੂੰਨਾਂ ਨੂੰ ਫੋਲੋ ਕਰੋ ਨਾ, ਆਪਣੀਆਂ ਮਨ ਮਰਜ਼ੀਆਂ ਨਹੀਂ, ਉਹਦੇ ਭਾਣੇ ਵਿੱਚ, ਉਹਦੀ ਰਜ਼ਾ ਵਿੱਚ ਜਿਹੜਾ ਹੈ। ਕਰਮਾਂ ਦਾ ਸਿਧਾਂਤ ਸਾਨੂੰ ਸਮਝਾ ਦਿੱਤਾ ਸੰਗਤ ਜੀ, ਵੀ ਜੋ ਵੀ ਅਸੀਂ ਕਰਮ ਬੀਜਦੇ ਹਾਂ ਉਹਨਾਂ ਦਾ ਫਲ ਜਿਹੜਾ ਉਹ ਸਾਨੂੰ ਹੀ ਮਿਲਦਾ ਹੈ। ਸੋ ਸ਼ੁਭ ਕਰਮ ਸਾਨੂੰ ਕਰਨ ਨੂੰ ਕਿਹਾ ਗੁਰੂ ਮਹਾਰਾਜ ਜੀ ਨੇ। ਫਿਰ ਇਹ ਵੀ ਦੱਸਿਆ, ਅਸੀਂ ਪਿਛਲੇ ਹਫਤੇ ਵਿਚਾਰਾਂ ਕੀਤੀਆਂ ਸਨ ਕਿ ਬਲੇਮ ਗੇਮ ਬੰਦ ਕਰੋ, ਦੂਸਰੇ ਨੂੰ ਦੋਸ਼ ਨਾ ਦਿਓ। ਜੋ ਵੀ ਤੁਹਾਡੇ ਜੀਵਨ ਵਿੱਚ ਹੋ ਰਿਹਾ ਉਹ ਤੁਹਾਡੇ ਹੀ ਆਪਣੇ ਕਰਮਾਂ ਦੇ ਕਾਰਨ ਹੈ। ਦੱਦੇ ਦੋਸ ਨਾ ਦੇਉ ਕਿਸੈ, ਦੋਸ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨ। ਸੋ ਜੋ ਮੈਂ ਕਰਮ ਕੀਤੇ ਨੇ ਉਸੇ ਦਾ ਹੀ ਮੈਂ ਫਲ ਪਾਇਆ ਹੋਇਆ ਹੈ। ਸੋ ਕਿਸੇ ਨੂੰ ਦੋਸ਼ ਨਹੀਂ ਦੇਣਾ, ਆਪਣੇ ਕਰਮਾਂ ਨੂੰ ਸੁਧਾਰਨਾ ਹੈ। ਅੱਜ ਤੱਕ ਤਾਂ ਪਤਾ ਨਹੀਂ ਕਿ ਕੁਛ ਕਰਮ ਅਸੀਂ ਕੀਤੇ ਨੇ, ਲੇਕਿਨ ਹੁਣ ਅੱਛੇ ਕਰ ਲਈਏ, ਸ਼ੁੱਧ ਕਰ ਲਈਏ, ਪਿਓਰ ਕਰ ਲਈਏ ਆਪਣੇ ਆਪ ਨੂੰ। ਫਿਰ ਮਹਾਰਾਜ ਨੇ ਸਾਨੂੰ ਮਾਫ ਕਰਨਾ ਸਿਖਾਇਆ ਗੁਰਬਾਣੀ ਦੇ ਵਿੱਚੋਂ, ਔਰ ਦੱਸਿਆ ਕਿ ਅਗਰ ਤੁਸੀਂ ਮਾਫ ਕਰ ਦਿੰਦੇ ਹੋ ਤਾਂ ਫਿਰ ਤਾਂ ਤੁਹਾਨੂੰ ਨਾ ਰੋਗ ਲੱਗਣਗੇ, ਨਾ ਤੁਹਾਨੂੰ ਜਮਾਂ ਦੀ ਮਾਰ ਪਵੇਗੀ, ਔਰ ਤੁਸੀਂ ਪਰਮਾਤਮਾ ਦਾ ਹੀ ਰੂਪ ਬਣ ਜਾਓਗੇ। ਕਿਉਂਕਿ ਅੰਦਰੋਂ ਸ਼ੁੱਧ ਹੋ ਜਾਏਗਾ ਤੁਹਾਡਾ ਹਿਰਦਾ, ਔਰ ਬੰਧਨ ਮੁਕਤ ਹੋ ਜਾਓਗੇ। ਜਿਹਨੂੰ ਮਾਫ ਨਹੀਂ ਕਰਦੇ ਉਹਦੇ ਨਾਲ ਅਸੀਂ ਨੈਗੇਟਿਵ ਤਰੀਕੇ ਨਾਲ ਜੁੜੇ ਹੁੰਦੇ ਹਾਂ, ਫਿਰ ਉਹਦੇ ਨਾਲੋਂ ਸਾਡਾ ਬੰਧਨ ਜਿਹੜਾ ਟੁੱਟ ਜਾਵੇਗਾ ਮਾਫ ਕਰਕੇ। ਅੰਮ੍ਰਿਤ ਵੇਲੇ ਲਈ ਮਹਾਰਾਜ ਨੇ ਸਾਨੂੰ ਸਮਝਾਇਆ, ਭਾਈ ਅੰਮ੍ਰਿਤ ਵੇਲੇ ਉਠੋ, ਬੰਦਗੀ ਕਰੋ, ਉਦੋਂ ਆਪਣੇ ਮਨ ਨੂੰ ਦੇਖੋ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਹੈ ਨਾ, ਪਰਮਾਤਮਾ ਦੀਆਂ ਵਡਿਆਈਆਂ ਵਿਚਾਰਾਂ ਕਰੋ, ਫਿਰ ਆਪਣੇ ਮਨ ਨੂੰ ਉਹਦੇ ਨਾਲ ਧੋ ਲਓ, ਪਰਮਾਤਮਾ ਦੇ ਰੱਬੀ ਗੁਣਾਂ ਦੇ ਨਾਲ, ਉਹਦੇ ਨਾਮ ਦੇ ਨਾਲ ਆਪਣੇ ਮਨ ਦੀਆਂ ਮੈਲਾਂ ਨੂੰ ਧੋ ਲਓ। ਹੁਣ ਅਸੀਂ ਹੋਰ ਵਿਚਾਰਾਂ ਕਰੀਏ ਕਿ ਗੁਰੂ ਮਹਾਰਾਜ ਜੀ ਸਾਨੂੰ ਕਹਿੰਦੇ ਨੇ, ਹੁਣ ਸਮਝਾ ਰਹੇ ਨੇ, ਤੁਸੀਂ ਬੋਲਣਾ ਕਿਸ ਤਰ੍ਹਾਂ ਦਾ ਹੈ। ਅਸੀਂ ਕੌੜਾ ਵੀ ਬੋਲ ਸਕਦੇ ਹਾਂ, ਗੰਦੇ ਸ਼ਬਦ ਵੀ ਬੋਲ ਸਕਦੇ ਹਾਂ, ਫਿੱਕਾ ਵੀ ਬੋਲ ਸਕਦੇ ਹਾਂ, ਲੇਕਿਨ ਗੁਰੂ ਮਹਾਰਾਜ ਕਹਿੰਦੇ ਨਹੀਂ, ਅਗਰ ਤੁਸੀਂ ਫਿੱਕਾ ਬੋਲਦੇ ਹੋ, ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ। ਅਗਰ ਫਿੱਕਾ ਬੋਲਦੇ ਹਾਂ, ਗਲਤ ਸ਼ਬਦਾਂ ਦਾ ਇਸਤੇਮਾਲ ਕਰਦੇ ਹਾਂ, ਤਾਂ ਸਾਡਾ ਬੋਡੀ ਐਂਡ ਮਾਈਂਡ, ਇਹ ਦੋਨਾਂ ਦੇ ਉੱਤੇ ਅਸਰ ਹੁੰਦਾ। ਇਹਦੇ ਉੱਤੇ ਸਾਇੰਸ ਨੇ ਵੀ ਬੜੀਆਂ ਰਿਸਰਚਸ ਕਰਕੇ ਦੱਸ ਦਿੱਤੀਆਂ ਕਿ ਜੋ ਵੀ ਅਸੀਂ ਸ਼ਬਦ ਬੋਲਦੇ ਹਾਂ ਨਾ ਸੰਗਤ ਜੀ, ਉਹ ਸਾਡੇ ਕਿੱਥੇ ਕਿੱਥੇ ਸਾਇੰਸ ਦੱਸ ਰਹੀ ਫਰਕ ਪੈ ਰਿਹਾ। ਸਾਡੀ ਬਾਡੀ ਤੇ ਉਹਦਾ ਇਫੈਕਟ ਪੈਂਦਾ, ਸਾਡੇ ਮਾਈਂਡ ਤੇ, ਸਾਡੇ এনवायरमेंट ਤੇ, ਸਾਡੇ ਰਿਲੇਸ਼ਨਸ ਤੇ, ਸਾਡੀ ਜੌਬ ਤੇ, ਪੂਰੀ ਸੋਸਾਇਟੀ ਤੇ, ਪੂਰੇ ਵਰਲਡ ਤੇ। ਇਹ ਸਾਇੰਸ ਦੀ ਰਿਸਰਚ ਕਹਿ ਰਹੀ ਹੈ। ਸੋ ਗ੍ਰੰਥਾਂ ਵਿੱਚ ਇੱਥੋਂ ਤੱਕ ਜ਼ਿਕਰ ਹੋਇਆ ਬੋਲਣ ਦੇ ਉੱਤੇ, ਉਹ ਕਹਿੰਦੇ ਆ ਜਿਹੜਾ ਯੂਨੀਵਰਸ ਹੈ ਨਾ, ਇਹਦੇ ਵਿੱਚ ਜਿੰਨੀ ਮਰਜ਼ੀ ਤੁਸੀਂ ਨੈਗੇਟਿਵਿਟੀ ਸੋਚ ਸਕਦੇ ਹੋ, ਸਭ ਕੁਝ ਹੈ। ਜਿੰਨੀ ਤੁਸੀਂ ਪੋਜ਼ਿਟਿਵਿਟੀ ਸੋਚ ਸਕਦੇ ਹੋ, ਸਾਰਾ ਇਹਦੇ ਵਿੱਚ ਹੈ। ਮਤਲਬ ਨੈਗੇਟਿਵਿਟੀ ਵਿੱਚ ਆ ਗਿਆ ਦੁੱਖ, ਕਸ਼ਟ, ਰੋਗ, ਮੁਸੀਬਤਾਂ, ਸਾਰਾ ਕੁਝ ਉਹ ਵੀ ਹੈ। ਪੋਜ਼ਿਟਿਵਿਟੀ ਵਿੱਚ ਲਓ, ਸੁੱਖ, ਸ਼ਾਂਤੀ, ਖੁਸ਼ੀਆਂ, ਖੇੜੇ, ਚੜ੍ਹਦੀਆਂ ਕਲਾ, ਤੰਦਰੁਸਤੀਆਂ, ਸਮਰਿੱਧੀ, ਰੂਹਾਨੀਅਤ, ਸਾਰਾ ਕੁਝ ਇਹਦੇ ਵਿੱਚ ਹੈ। ਅਗਰ ਤੁਸੀਂ ਮਾੜੇ ਸ਼ਬਦ ਬੋਲਦੇ ਹੋ, ਕੌੜੇ ਸ਼ਬਦ ਬੋਲਦੇ ਹੋ, ਫਿੱਕੇ ਸ਼ਬਦ ਬੋਲਦੇ ਹੋ, ਤਾਂ ਤੁਸੀਂ ਯੂਨੀਵਰਸ ਵਿੱਚੋਂ ਉਹੀ ਅਟਰੈਕਟ ਕਰ ਰਹੇ ਹੋ ਆਪਣੇ ਆਪ ਵੱਲ। ਅਗਰ ਤੁਸੀਂ ਮਿੱਠੇ ਸ਼ਬਦ ਬੋਲਦੇ ਹੋ, ਸ਼ੁਭ ਸ਼ਬਦ ਬੋਲਦੇ ਹੋ, ਚੜ੍ਹਦੀਆਂ ਕਲਾ ਵਾਲੇ ਸ਼ਬਦ ਬੋਲਦੇ ਹੋ, ਤੁਸੀਂ ਉਹੀ ਅਟਰੈਕਟ ਕਰ ਰਹੇ ਹੋ ਆਪਣੇ ਆਪ ਵੱਲ। ਤਾਂ ਫਿਰ ਸਾਨੂੰ ਕਿੰਨਾ ਹੁਣ ਸੋਚ ਕੇ ਚੱਲਣਾ ਪੈਣਾ ਸੰਗਤ ਜੀ। ਐਵੇਂ ਹੀ ਨਹੀਂ ਅਸੀਂ ਮੀਨਿੰਗਲੈਸ ਵੀ ਅਸੀਂ ਬੋਲਦੇ ਰਹਿੰਦੇ ਹਾਂ।
ਕਿਸੇ ਦੀ ਚੁਗਲੀ ਨਿੰਦਿਆ ਬੁਰਾਈ ਵੀ ਕਰਨ ਲੱਗ ਜਾਂਦੇ ਆ, ਉਹ ਵੀ ਗਲਤ ਸ਼ਬਦ ਅਸੀਂ ਬੋਲਦੇ ਆ। ਔਰ ਜੈਂਟਸ ਇੱਥੋਂ ਤੱਕ ਗੱਲ ਤੇ ਗਾਲ ਕੱਢ ਕੇ ਗੱਲ ਕਰਦੇ ਨੇ ਆਪਣੇ ਘਰ ਵਿੱਚ ਵੀ। ਕਿਤੇ ਵੀ ਨਹੀਂ ਕਰਨਾ ਇਸ ਤਰ੍ਹਾਂ, ਨਾ ਘਰ ਨਾ ਬਾਹਰ। ਜਦੋਂ ਸਾਡੇ ਸਤਿਗੁਰਾਂ ਨੇ ਕਹਿ ਦਿੱਤਾ ਕਿ ਨਾਨਕ ਫਿੱਕਾ ਬੋਲੀਐ ਤਨ ਮਨ ਫਿੱਕਾ ਹੋਏ, ਫਿਰ ਅਸੀਂ ਨਹੀਂ ਬੋਲਣਾ। ਹੁਣ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਨੂੰ ਮਿਲਣਾ, ਸੋ ਜਿਹੜੀਆਂ ਮਿਲੀਆਂ ਨੇ ਉਹਨਾਂ ਰੂਹਾਂ ਨੂੰ ਪੁੱਛੋ, ਭਾਈ ਤੁਸੀਂ ਕਿਵੇਂ ਮਿਲੀਆਂ ਪਰਮਾਤਮਾ ਨੂੰ? ਉਹਨਾਂ ਨੂੰ ਪੁੱਛੋ ਜਾ ਕੇ। ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿ ਨਹੀਂ ਗੁਣੀ? ਕਿਹੜੇ ਤੁਹਾਡੇ ਵਿੱਚ ਗੁਣ ਸਨ ਜਿਹਦੇ ਕਰਕੇ ਤੁਸੀਂ ਪਰਮਾਤਮਾ ਨੂੰ ਮਿਲ ਗਈਆਂ? ਇਹ ਸੁਹਾਗਣੋ, ਇਹ ਪਰਮਾਤਮਾ ਦੇ ਨਾਲ ਜੁੜੀਆਂ ਹੋਈਆਂ ਰੂਹੋਂ, ਤੁਸੀਂ ਕਿਵੇਂ ਮਿਲ ਗਈਆਂ ਪਰਮਾਤਮਾ ਨੂੰ? ਕਿਹੜੇ ਗੁਣ ਸੀਗੇ ਤੁਹਾਡੇ ਵਿੱਚ? ਉਹਨਾਂ ਨੇ ਕਿਹਾ ਸਹਿਜ, ਸੰਤੋਖ, ਸਿਗਾਰਿਆ, ਮਿੱਠਾ ਬੋਲਣੀ। ਅਸੀਂ ਸਹਿਜ ਵਿੱਚ ਰਹੀਆਂ, ਸਬਰ ਸੰਤੋਖ ਵਿੱਚ ਰਹੀਆਂ, ਔਰ ਮਿੱਠੇ ਮਿੱਠੇ ਅਸੀਂ ਬੋਲ ਬੋਲੇ ਨੇ। ਸੰਗਤ ਜੀ ਕਿੰਨਾ ਸ਼ਬਦਾਂ ਦਾ ਅਸੀਂ ਫਿਰ ਧਿਆਨ ਰੱਖੀਏ, ਔਰ ਸਾਰਾ ਜੀਵਨ ਭਰ ਅਸੀਂ ਬੋਲਣਾ ਹੁੰਦਾ ਹੈ। ਤਾਂ ਬਹੁਤ ਸ਼ਬਦਾਂ ਦਾ ਆਪਣਿਆਂ ਦਾ ਧਿਆਨ ਰੱਖਣਾ ਹੈ। ਔਰ ਸਾਇੰਸ ਦੀ ਰਿਸਰਚ ਕਹਿੰਦੀ ਬੋਲਣਾ ਤਾਂ ਅਸੀਂ ਪਾਵਰਫੁਲ, ਪੀਸਫੁਲ, ਪੋਜ਼ਿਟਿਵ ਐਂਡ ਬਿਊਟੀਫੁਲ ਜਿਹੜੇ ਵਰਡਸ ਨੇ ਉਹਨਾਂ ਦਾ ਇਸਤੇਮਾਲ ਕਰੋ। ਇਹੋ ਜਿਹੇ ਸ਼ਬਦਾਂ ਦਾ ਇਸਤੇਮਾਲ ਕਰੋ ਜਿਹੜੇ ਤੁਹਾਨੂੰ ਹੀਲ ਕਰਕੇ ਰੱਖ ਦੇਣ, ਜਿਹੜੇ ਦੂਸਰਿਆਂ ਨੂੰ ਵੀ ਹੀਲ ਕਰਕੇ ਰੱਖ ਦੇਣ, ਜਿਹੜੇ ਤੁਹਾਨੂੰ ਵੀ ਅਪਲਿਫਟ ਕਰਨ ਔਰ ਦੂਸਰਿਆਂ ਨੂੰ ਵੀ ਅਪਲਿਫਟ ਕਰਨ। ਇਹੋ ਜਿਹੇ ਸ਼ਬਦਾਂ ਦਾ ਇਸਤੇਮਾਲ ਕਰੋ। ਹੋਰ ਗੁਰੂ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਤੁਸੀਂ ਜਿੱਥੇ ਵੀ ਜਾਣਾ ਨਾ, ਜਿੱਥੇ ਵੀ ਬੈਠਣਾ, ਕਿਉਂਕਿ ਅਸੀਂ ਫੈਮਿਲੀ ਵਿੱਚ, ਸਰਕਲ ਵਿੱਚ, ਰਿਸ਼ਤਿਆਂ ਵਿੱਚ, ਵਰਕ ਪਲੇਸ ਤੇ ਕਿਤੇ ਵੀ ਜਾਣਾ, ਅਸੀਂ ਬੋਲਣਾ ਤਾਂ ਹੈ, ਆਪਸ ਵਿੱਚ ਗੱਲਾਂ ਬਾਤਾਂ ਕਰਨੀਆਂ ਨੇ। ਉਹਦੇ ਥਰੂ ਸਾਡੀ એનર્ਜੀ ਉਧਰ ਨੂੰ ਜਾਂਦੀ, ਉਹਨਾਂ ਦੀ ਸਾਡੇ ਕੋਲ ਨੂੰ ਆਉਂਦੀ ਹੈ। એનર્ਜੀ ਦੀ ਟਰਾਂਸਫਾਰਮੇਸ਼ਨ ਤਾਂ ਹੁੰਦੀ ਰਹਿੰਦੀ ਹੈ। ਤੇ ਫਿਰ ਗੁਰੂ ਮਹਾਰਾਜ ਕਹਿੰਦੇ ਤੁਸੀਂ ਕੀ ਕਰੋ ਜਦੋਂ ਕਿਤੇ ਵੀ ਜਾਓ, ਆਪਸ ਵਿੱਚ ਗੁਣਾਂ ਦੀ ਸਾਂਝ ਪਾਓ। ਸਾਹਮਣੇ ਵਾਲੇ ਵਿੱਚ ਜੋ ਗੁਣ ਆ ਉਹਦੇ ਗੁਣਾਂ ਨੂੰ ਤੁਸੀਂ ਲੈ ਲਓ, ਜੋ ਤੁਹਾਡੇ ਵਿੱਚ ਗੁਣ ਨੇ ਆਪਣੇ ਗੁਣ ਉਹਨਾਂ ਨੂੰ ਤੁਸੀਂ ਵੰਡੋ। ਹੁਣ ਅਸੀਂ ਇਹ ਦੇਖੀਏ ਵੀ ਸਾਡੀ ਆਪਸ ਵਿੱਚ ਚਰਚਾ ਕਿਹੋ ਜਿਹੀ ਹੁੰਦੀ ਹੈ, ਕੋਈ ਗੰਦੀਆਂ ਆਦਤਾਂ ਦੀ, ਕੋਈ ਨੈਗੇਟਿਵਿਟੀ ਦੀ, ਕਿਸੇ ਦੀ ਚੁਗਲੀ ਨਿੰਦਿਆ ਬੁਰਾਈ ਇਸ ਤਰ੍ਹਾਂ ਦੀ ਤਾਂ ਨਹੀਂ ਅਸੀਂ ਕਰਦੇ। ਅਸੀਂ ਔਗਣੀ ਦੇਖੀ ਜਾਂਦੇ ਦੂਸਰਿਆਂ ਦੇ, ਜਾਂ ਕਿ ਅਸੀਂ ਗੁਣ ਦੇਖ ਕੇ ਆਪਣੇ ਅੰਦਰ ਧਾਰਨ ਕਰ ਰਹੇ ਹਾਂ। ਇਸ ਦੇ ਉੱਤੇ ਵੀ ਰਿਸਰਚਸ ਹੋ ਚੁੱਕੀਆਂ ਨੇ ਵੀ ਜੋ ਵੀ ਤੁਸੀਂ ਦੂਸਰੇ ਦਾ ਦੇਖਦੇ ਹੋ, ਉਹਦੇ ਬਾਰੇ ਸੋਚਦੇ ਹੋ, ਤੁਹਾਡਾ ਉਹਦੇ ਨਾਲ ਕਨੈਕਸ਼ਨ ਜੁੜਦਾ ਔਰ ਉਹੀ ਚੀਜ਼ ਤੁਹਾਡੇ ਵਿੱਚ એનર્ਜੀ ਰੂਪ ਵਿੱਚ ਆ ਜਾਂਦੀ ਹੈ। ਕਿਸੇ ਦੀ ਨੈਗੇਟਿਵਿਟੀ ਦੇਖਦੇ ਹੋ, ਮਾੜੇ ਗੁਣ ਦੇਖਦੇ ਹੋ, ਤੁਹਾਡੇ ਵਿੱਚ ਉਹ ਆ ਜਾਂਦੇ ਨੇ। ਚੰਗੇ ਕਿਸੇ ਦੇ ਗੁਣ ਦੇਖਦੇ ਹੋ, ਤੁਹਾਡੇ ਵਿੱਚ ਉਹ ਆ ਜਾਂਦੇ ਨੇ। ਮਾਰੇ ਕਹਿੰਦੇ ਗੁਣਾ ਕਾ ਹੋਵੇ ਬਾਸਲਾ, ਕੱਢ ਬਾਸ ਲਈ ਜੇ ਗੁਣ ਹੋਵਣ ਸਾਜਨਾ, ਮਿਲ ਸਾਂਝ ਕਰੀਜੈ। ਸਾਂਝ ਕਰੀਜੈ ਗੁਣਾ ਕਰੀ, ਛੋੜ ਅਵਗੁਣ ਚਲੀਏ। ਔਗੁਣਾਂ ਨੂੰ ਛੱਡ ਦਿਓ, ਮਹਾਰਾਜ ਜੀ ਕਹਿੰਦੇ ਗੁਣਾਂ ਦੀ ਸਾਂਝ ਪਾਓ। ਪਹਿਰੇ ਪਟੰਬਰ ਕਰ ਅਡੰਬਰ, ਆਪਣਾ ਪਿੰਡ ਮਲੀਏ। ਜਿੱਥੇ ਜਾਏ ਵਹੀਐ ਭਲਾ ਕਹੀਐ, ਝੋਲ ਅੰਮ੍ਰਿਤ ਪੀਜੈ। ਗੁਣਾ ਕਹੋਵੇ ਬਾਸਲਾ, ਕੱਢ ਬਾਸ ਲੀਜੈ। ਮਹਾਰਾਜ ਕਹਿੰਦੇ ਨੇ ਜਿੱਥੇ ਵੀ ਜਾਓ ਭਲਾ ਹੀ ਭਲਾ ਕਹੋ। ਮਤਲਬ ਕਹਿਣ ਦਾ ਕਿ ਸਾਡੀ ਦ੍ਰਿਸ਼ਟੀ ਇਹੋ ਜਿਹੀ ਹੋਣੀ ਚਾਹੀਦੀ ਹੈ, ਸਾਨੂੰ ਗੁਣ ਨਜ਼ਰ ਆਉਂਦੇ ਹੋਣ। ਅੱਜ ਤੋਂ ਬਦਲਾਂਗੇ ਆਪਣੀ ਦ੍ਰਿਸ਼ਟੀ। ਕਈ ਵਾਰ ਜ਼ੁਬਾਨ ਤੋਂ ਨਹੀਂ ਬੋਲਦੇ, ਅੰਦਰੋਂ ਨੁਕਸ ਕੱਢੀ ਜਾਂਦੇ ਕਿਸੇ ਦੇ, ਕਈ ਵਾਰ ਬੋਲ ਕੇ ਕੱਢਦੇ ਆ। ਸੋ ਹੁਣ ਅਸੀਂ ਗੁਣ ਦੇਖਣੇ ਨੇ, ਹਰ ਜਿੱਥੇ ਜਾਣਾ ਗੁਣਾਂ ਦੀ ਸਾਂਝ ਪਾਣੀ, ਗੁਣ ਵੰਡ ਕੇ ਆਣੇ, ਗੁਣ ਲੈ ਕੇ ਆਉਣੇ, ਇਹ ਸਾਂਝ ਪਾਓ। ਨਹੀਂ ਤਾਂ ਮਹਾਰਾਜ ਜੀ ਕਹਿੰਦੇ ਨੇ ਅਗਰ ਔਗਣ ਇਕੱਠੇ ਕਰੀ ਗਏ ਨਾ, ਦੂਸਰਿਆਂ ਦੇ ਔਗਣ ਫਰੋਲੀ ਗਏ, ਇੱਦਾਂ ਦੀ ਚਰਚਾ ਕਰੀ ਗਏ, ਤੁਸੀਂ ਵੀ ਔਗਣ ਵਾਲੇ ਹੋ ਜਾਓਗੇ। ਔਰ ਇਹ ਜਿਹੜੇ ਔਗਣ ਨੇ, ਮਾਰ ਕਹਿੰਦੇ ਨਾਨਕ ਔਗਣ ਜਿਤੜੇ ਤੇ ਗਲੀ ਜੰਜੀਰ, ਇਹ ਗੱਲ ਦੀਆਂ ਜੰਜੀਰਾਂ ਨੇ। ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ, ਗੁਣ ਹੋਣਗੇ ਤਾਂ ਸਾਡੇ ਔਗਣ ਕੱਟੇ ਜਾਣੇ ਨੇ, ਜੰਜੀਰਾਂ ਤਾਂ ਕੱਟੀਆਂ ਜਾਣੀਆਂ ਨੇ। ਇਹ ਤਾਂ ਭਰਾਵਾਂ ਦੀ ਤਰ੍ਹਾਂ ਨੇ ਗੁਣ, ਜਿਵੇਂ ਭਰਾ ਆ ਜਾਂਦੇ ਨਾ ਹੈਲਪ ਦੇ ਲਈ ਖੜ ਜਾਂਦੇ ਨੇ ਨਾਲ, ਇਵੇਂ ਗੁਣ ਜਿਹੜੇ ਨੇ ਇਹ ਸਾਡੇ ਇਵੇਂ ਹੈਲਪ ਕਰਦੇ ਨੇ ਜੀਵਨ ਦੇ ਵਿੱਚ। ਤਾਂ ਅਸੀਂ ਗੁਣਾਂ ਦੀ ਸਾਂਝ ਪਾਈਏ ਸੰਗਤ ਜੀ। ਤੇ ਆਪਣੀ ਸੰਗਤ ਦਾ ਧਿਆਨ ਰੱਖੋ, ਕਿਹਨਾਂ ਦੀ ਕੰਪਨੀ ਤੁਸੀਂ ਕਰਦੇ ਹੋ, ਕਿਉਂਕਿ ਜਿਹੋ ਜਿਹੀ ਤੁਹਾਡੀ ਕੰਪਨੀ ਹੈ, ਚਾਹੇ ਬੈਠ ਕੇ ਕਰਦੇ ਹੋ ਕਿਸੇ ਦੇ ਨਾਲ ਸੰਗਤ ਤੁਸੀਂ, ਚਾਹੇ ਫੋਨ ਤੇ, ਜਿੰਨੇ ਸਾਧਨ ਨੇ ਅੱਜ ਕੱਲ੍ਹ ਤੁਹਾਡੇ ਕੋਲ ਬੜੇ ਨੇ,
ਸੋ ਜਿਵੇਂ ਵੀ ਤੁਸੀਂ ਕਿਸੇ ਦੀ ਸੰਗਤ ਕਰਦੇ ਹੋ, ਉਹ ਤੁਹਾਡੇ ਉੱਤੇ ਅਸਰ ਹੋ ਹੀ ਜਾਣਾ। ਇਤਿਹਾਸ ਵਿੱਚ ਲਈਏ ਅਸੀਂ ਭਾਈ ਸਾਹਿਬ ਭਾਈ ਬਿਧੀ ਚੰਦ ਜੀ। ਸੋ ਚੋਰਾਂ ਦੀ ਸੰਗਤ ਵਿੱਚ ਸਨ, ਚੋਰ ਬਣ ਗਏ। ਤਾਂ ਫਿਰ ਇੰਨਾ ਵੱਡੇ ਚੋਰ ਬਣ ਗਏ, ਛੋਟੀਆਂ ਚੋਰੀਆਂ ਕਰਦੇ ਕਰਦੇ ਨੌਜਵਾਨ ਗੱਭਰੂ ਹੋ ਗਏ, ਵੱਡੇ ਚੋਰ ਬਣ ਗਏ। ਹੁਣ ਤਾਂ ਕਿਸੇ ਦੇ ਘਰੋਂ ਮੱਝਾਂ ਹੀ ਰਾਤ ਨੂੰ ਚੁਰਾ ਕੇ ਜਿਹੜਾ ਭੱਜ ਗਏ ਖੋਲ ਕੇ। ਘਰ ਵਾਲਿਆਂ ਨੂੰ ਪਤਾ ਚੱਲ ਗਿਆ। ਸੋ ਇਹ ਮੱਝਾਂ ਲੈ ਕੇ ਜਾ ਰਹੇ ਨੇ ਚੋਰੀ ਕਰਕੇ। ਪਿੱਛੇ ਰੌਲਾ ਪੈ ਗਿਆ, ਪਿੰਡ ਵਾਲਿਆਂ ਨੇ ਰੌਲਾ ਪਾ ਲਿਆ, ਸਾਰੇ ਇਕੱਠੇ ਹੋ ਗਏ। ਕਿੱਧਰ ਗਿਆ ਚੋਰ, ਕਿੱਧਰ ਗਿਆ ਚੋਰ, ਲੱਭੀਏ ਉਹਨੂੰ, ਮੱਝਾਂ ਲੈ ਕੇ ਆਈਏ, ਨਾਲੇ ਚੋਰ ਨੂੰ ਚੰਗਾ ਕੁਟਾਪਾ ਚਾੜੀਏ। ਸੋ ਪੈਰਾਂ ਦੇ ਨਿਸ਼ਾਨ ਦੇਖਦਿਆਂ ਚੋਰ ਦਾ ਪਿੱਛਾ ਕਰਦੇ ਕਰਦੇ ਜਾ ਰਹੇ ਨੇ। ਭਾਈ ਬਿਧੀ ਚੰਦ ਜੀ ਨੂੰ ਹੁਣ ਪਤਾ ਚੱਲ ਗਿਆ ਵੀ ਇਹ ਪਿੰਡ ਵਾਲੇ ਪਿੱਛੇ ਪੈ ਗਏ ਨੇ, ਰੌਲਾ ਪੈ ਰਿਹਾ, ਪਿੱਛੇ ਪਿੱਛੇ ਆਵਾਜ਼ਾਂ ਆ ਰਹੀਆਂ ਨੇ, ਹੁਣ ਤਾਂ ਬੜਾ ਬੁਰਾ ਹਾਲ ਹੋਵੇਗਾ, ਫਸਿਆ ਬੁਰੀ ਤਰ੍ਹਾਂ। ਉਹ ਕਰਦਿਆਂ ਉਹ ਪਿੰਡ ਦੇ ਤਲਾਬ ਦੇ ਕਿਨਾਰੇ ਪਹੁੰਚ ਜਾਂਦੇ ਨੇ। ਤਲਾਬ ਦੇ ਵਿੱਚ ਮੱਝਾਂ ਵੜ ਦਿੰਦੇ ਨੇ। ਉੱਥੇ ਕੀ ਦੇਖਦੇ ਨੇ, ਕੋਈ ਗੁਰਮੁਖ ਰੂਹ ਤਲਾਬ ਦੇ ਕਿਨਾਰੇ ਤੇ ਅੰਮ੍ਰਿਤ ਵੇਲੇ ਵਿੱਚ ਬੈਠੀ ਬੰਦਗੀ ਕਰ ਰਹੀ ਹੈ। ਸੋ ਮਨ ਵਿੱਚ ਆਇਆ ਵੀ ਇਹ ਮੈਨੂੰ ਬਚਾ ਲੈਣਗੇ, ਇਹ ਬੰਦਗੀ ਕਰਦੇ ਨੇ, ਨਹੀਂ ਤਾਂ ਮੇਰੇ ਲੋਕ ਤਾਂ ਪਿੱਛੇ ਪਏ ਨੇ, ਦੌੜੇ ਆ ਰਹੇ ਨੇ, ਮੈਨੂੰ ਛੱਡਣਾ ਨਹੀਂ। ਤੋ ਜਾ ਕੇ ਉਹ ਜਿਹੜੀ ਗੁਰਮੁਖ ਰੂਹ ਹੈ, ਉਹ ਬਾਬਾ ਅਦਲੀ ਜੀ ਨੇ, ਉਹਨਾਂ ਦਾ ਨਾਮ ਹੈ। ਉਹਨਾਂ ਨੇ ਚਰਨਾਂ ਵਿੱਚ ਮੱਥਾ ਟੇਕਿਆ ਔਰ ਸੱਚੀ ਗੱਲ ਦੱਸ ਦਿੱਤੀ। ਕਹਿੰਦੇ ਬਾਬਾ ਮੈਨੂੰ ਬਚਾ ਲਓ, ਮੈਂ ਚੋਰੀ ਕਰਕੇ ਆਇਆ, ਮੱਝਾਂ ਮੈਂ ਤਲਾਬ ਵਿੱਚ ਵਾੜ ਦਿੱਤੀਆਂ, ਪਿੰਡ ਮੇਰੇ ਪਿੱਛੇ ਪਿਆ, ਹੁਣ ਮੈਨੂੰ ਛੱਡਣਾ ਨਹੀਂ ਉਹਨਾਂ ਨੇ, ਮੈਨੂੰ ਬਚਾ ਲਓ। ਹੁਣ ਅੰਮ੍ਰਿਤ ਵੇਲੇ ਉਹ ਬੰਦਗੀ ਕਰਨ ਵਾਲੀ ਰੂਹ, ਉਹਦੀ ਸ਼ਰਨ ਵਿੱਚ ਕੋਈ ਆ ਜਾਵੇ ਵੀ ਮੈਨੂੰ ਬਚਾ ਲਓ। ਸੋ ਬੰਦਗੀ ਵਾਲੀ ਰੂਹ ਨੇ ਕੀ ਕੀਤਾ, ਉਹ ਇੱਕ ਨੀਚੇ ਆਸਣ ਵਿਛਾ ਕੇ ਬੈਠੇ ਸਨ, ਇੱਕ ਉੱਪਰ ਕੰਬਲੀ ਲਈ ਹੋਈ ਸੀ, ਤਾਂ ਇੱਕ ਆਪਣੀ ਜਿਹੜੀ ਕੰਬਲੀ ਕੱਢ ਕੇ ਇਹਨਾਂ ਨੂੰ ਦੇ ਦਿੱਤੀ ਉੱਪਰ। ਕਹਿੰਦੇ ਲੈ ਲਾ ਆਪਣੇ, ਤੇ ਇੱਥੇ ਨਾਮ ਜਪ ਬੈਠ ਕੇ, ਨਾਮ ਜਪਣ ਨੂੰ ਕਹਿ ਦਿੱਤਾ। ਸੋ ਬੈਠ ਕੇ ਭਾਈ ਬਿਧੀ ਚੰਦ ਜੀ ਕੋਲ ਹੀ। ਸੋ ਕਰਦਿਆਂ ਜਦ ਤੱਕ ਪਿੰਡ ਵਾਲੇ ਲੋਕ ਵੀ ਪਹੁੰਚ ਗਏ। ਉਹਨਾਂ ਨੇ ਸਾਰੇ ਪਾਸੇ ਦੇਖਿਆ, ਉਹਨਾਂ ਨੂੰ ਚੋਰ ਕਿਤੇ ਨਜ਼ਰ ਨਹੀਂ ਆਇਆ। ਤੋ ਫਿਰ ਉਹਨਾਂ ਨੇ ਕਿਹਾ ਬਾਬਾ ਅਦਲੀ ਜੀ ਨੂੰ ਪੁੱਛਦੀ ਆ ਵੀ ਚੋਰ ਦੇ ਪੈਰਾਂ ਦੇ ਨਿਸ਼ਾਨ ਤਾਂ ਇੱਧਰ ਤੋਂ ਹੀ ਨਜ਼ਰ ਆ ਰਹੇ ਨੇ। ਤਾਂ ਬਾਬਾ ਅਦਲੀ ਜੀ ਨੂੰ ਪੁੱਛਦੇ ਨੇ, ਮੱਥਾ ਟੇਕਿਆ ਪਿੰਡ ਦੇ ਲੋਕਾਂ ਨੇ ਆ ਕੇ। ਨਾਲ ਲੱਗਦਾ ਦੇਖਿਆ ਵੀ ਕੋਈ ਹੋਰ ਵੀ ਰੂਹ ਜਿਹੜੀ ਬੰਦਗੀ ਕਰ ਰਹੀ ਹੈ। ਉਹ ਅੰਦਰ, ਉਹ ਤਾਂ ਡਰ ਵੀ ਸੀ ਅੰਦਰ, ਉਹ ਤਾਂ ਚੋਰ ਬੈਠਾ ਸੀ, ਲੇਕਿਨ ਗੁਰਮੁਖ ਰੂਹ ਦੇ ਕੋਲ, ਸਾਧੂ ਰੂਹ ਦੇ ਕੋਲ ਬੈਠਾ। ਉਹਨਾਂ ਨੇ ਕਿਹਾ ਸਾਧੂ ਦੇ ਕੋਲ ਸਾਧੂ ਹੀ ਬੈਠਾ ਹੋਵੇਗਾ। ਤੇ ਜਿਵੇਂ ਬਾਬਾ ਅਦਲੀ ਜੀ ਨੂੰ ਲੋਕਾਂ ਨੇ ਮੱਥਾ ਟੇਕਿਆ, ਤੇ ਇਸ ਚੋਰ ਨੂੰ ਵੀ ਮੱਥਾ ਟੇਕ ਦਿੱਤਾ ਵੀ ਸਾਧੂ ਕੋਲ ਸਾਧੂ ਬੰਦਗੀ ਵਾਲੀ ਰੂਹ ਬੈਠੀ ਹੋਵੇਗੀ। ਉਹ ਤਾਂ ਅੰਦਰੋਂ ਕੰਬ ਰਹੇ ਨੇ ਭਾਈ ਬਿਧੀ ਚੰਦ ਜੀ, ਪਰ ਉਹਨਾਂ ਨੇ ਮੱਥਾ ਟੇਕਿਆ, ਭਾਈ ਅੰਮ੍ਰਿਤ ਵੇਲੇ ਬੰਦਗੀ ਕਰ ਰਹੇ ਨੇ। ਫਿਰ ਬਾਬਾ ਅਦਲੀ ਜੀ ਨੂੰ ਪੁੱਛਦੇ ਨੇ ਕਿ ਬਾਬਾ ਜੀ ਕੋਈ ਚੋਰ ਮੱਝਾਂ ਚੁਰਾ ਕੇ ਆਇਆ ਸਾਡੀਆਂ ਪਿੰਡ ਦੀਆਂ, ਤੇ ਤੁਸੀਂ ਦੇਖਿਆ ਕੋਈ ਇੱਧਰ? ਬਾਬਾ ਜੀ ਪੈਰਾਂ ਦੇ ਨਿਸ਼ਾਨ ਤਾਂ ਇੱਧਰ ਹੀ ਨਜ਼ਰ ਆਉਂਦੇ ਨੇ। ਹੁਣ ਬਾਬਾ ਜੀ ਨੇ ਕਿਹਾ ਭਾਈ ਇੱਥੇ ਤਾਂ ਨਾਮ ਜਪ ਰਹੇ ਨੇ, ਕਿਉਂਕਿ ਨਾਮ ਜਪਣ ਲਾਇਆ ਸੀ। ਬਾਬਾ ਜੀ ਵੀ ਆਪਣੀ ਜਗ੍ਹਾ ਠੀਕ ਕਹਿ ਰਹੇ ਨੇ, ਸ਼ਰਨ ਵਿੱਚ ਆਇਆ, ਉਹਨੂੰ ਬਚਾਉਣਾ ਵੀ ਹੈ। ਹੁਣ ਪਰ ਪਿੰਡ ਦੇ ਲੋਕਾਂ ਦੀਆਂ ਮੱਝਾਂ ਚੋਰੀ ਹੋਈਆਂ ਨੇ, ਉਹਨਾਂ ਦਾ ਵੀ ਇਲਾਜ ਕਰਨਾ ਹੈ, ਉਹਨਾਂ ਦੀ ਸਮੱਸਿਆ ਦਾ ਹੱਲ ਕਰਨਾ। ਕਹਿੰਦੇ ਭਾਈ ਤੁਸੀਂ ਤਲਾਬ 'ਚ ਦੇਖ ਲਓ ਤਾਂ। ਸੋ ਲੋਕ ਜਾਂਦੇ ਨੇ ਤਲਾਬ ਵਿੱਚ, ਦੇਖਦੇ ਨੇ, ਉਹਨਾਂ ਦੀਆਂ ਮੱਝਾਂ ਮਿਲ ਜਾਂਦੀਆਂ ਨੇ, ਫਿਰ ਵਾਪਸ ਆਉਂਦੇ ਨੇ। ਕਹਿੰਦੇ ਬਾਬਾ ਜੀ ਸਾਡੀਆਂ ਮੱਝਾਂ ਮਿਲ ਗਈਆਂ, ਚੋਰ ਤਾਂ ਨਹੀਂ ਮਿਲਿਆ। ਬਾਬਾ ਜੀ ਨੂੰ ਮੱਥਾ ਟੇਕਿਆ, ਵਾਪਸ ਫਿਰ ਭਾਈ ਬਿਧੀ ਚੰਦ ਜੀ ਨੂੰ ਮੱਥਾ ਟੇਕਿਆ ਔਰ ਚਲੇ ਗਏ। ਔਰ ਅੰਦਰ ਜਿਹੜਾ ਕੰਬਲੀ ਦੇ ਵਿੱਚ ਲੁਕਿਆ ਹੋਇਆ ਭਾਈ ਬਿਧੀ ਚੰਦ ਜੀ, ਉਹ ਮਨ ਵਿੱਚ ਆਇਆ ਵੀ ਦੇਖੋ ਮੈਂ ਚੋਰੀ ਕਰ ਰਿਹਾ ਸੀ ਤਾਂ ਪਿੰਡ ਦੇ ਲੋਕਾਂ ਨੇ ਮੈਨੂੰ ਕਿੰਨਾ ਕੁੱਟਣਾ ਸੀ, ਸਾਰੇ ਮੇਰੇ ਪਿੱਛੇ ਪਏ ਹੋਏ ਸਨ। ਇੱਕ ਸਾਧੂ ਕੋਲ, ਇਸ ਗੁਰਮੁਖ ਰੂਹ ਦੇ ਕੋਲ ਬੈਠ ਕੇ ਮੈਂ ਬੰਦਗੀ ਕਰਨ ਲੱਗਿਆ, ਹਨਾ। ਸਾਧੂ ਨੇ ਕਿਹਾ ਬੰਦਗੀ ਕਰ, ਤੇ ਚਾਹੇ ਮੈਂ ਚੋਰ ਹਾਂ, ਪਰ ਜਿਵੇਂ ਸਾਧੂ ਨੂੰ ਮੱਥਾ ਟੇਕਿਆ ਮੇਰਾ ਇਤਨਾ ਸਤਿਕਾਰ ਹੋਇਆ, ਔਰ ਜਿਹੜੀ ਉਹ ਮਾਰ ਪੈਣੀ ਸੀ ਉਸ ਤੋਂ ਵੀ ਮੈਂ ਬਚ ਗਿਆ। ਅੱਜ ਤੋਂ ਫਿਰ ਮੈਂ ਤਿਆਗਿਆ ਇਹ ਚੋਰੀ ਵਾਲਾ ਜੀਵਨ, ਇਹ ਗੰਦਾ ਜੀਵਨ, ਔਗਣਾ ਵਾਲਾ ਜੀਵਨ ਛੱਡਿਆ ਮੈਂ। ਸੋ ਹੁਣ ਕੰਬਲੀ ਲਾਈ, ਬਾਬਾ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਲਿਆ ਕਿ ਬਾਬਾ ਜੀ ਮੈਨੂੰ ਆਪਣਾ ਸ਼ਾਗਿਰਦ ਬਣਾ ਲਓ, ਮੈਨੂੰ ਆਪਣਾ ਚੇਲਾ ਬਣਾ ਲਓ। ਬਾਬਾ ਜੀ ਕਹਿੰਦੇ ਨਾ ਭਾਈ, ਸਾਡਾ ਚੇਲਾ ਨਹੀਂ ਬਣਨਾ, ਅਸੀਂ ਤਾਂ ਆਪ ਕਿਸੇ ਦੇ ਸ਼ਾਗਿਰਦ ਹਾਂ, ਕਿਸੇ ਦੇ ਸਿੱਖ ਹਾਂ। ਮੇਰੇ ਗੁਰੂ ਦੇ ਚਰਨਾਂ ਵਿੱਚ ਤੂੰ ਚੱਲ, ਉਹ ਤੇਰੀ ਜਨਮਾਂ ਜਨਮਾਂ ਦੀਆਂ ਮੈਲਾਂ ਕੱਟ ਦੇਣਗੇ। ਸੋ ਬਾਬਾ ਅਦਲੀ ਜੀ ਜਿਹੜੇ ਨੇ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੂੰ ਪੰਚਮ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਲੈ ਕੇ ਗਏ। ਬਸ ਉਸ ਦਿਨ ਤੋਂ ਬਾਅਦ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੇ ਮੁੜ ਕੇ ਔਗਣਾਂ ਨੂੰ ਦੇਖਿਆ ਵੀ ਨਹੀਂ। ਗੁਰੂ ਦੀ ਸ਼ਰਨ ਵਿੱਚ ਰਹਿ ਕੇ ਇਹੋ ਜਿਹੇ ਆਪਣੇ ਅੰਦਰ ਗੁਣ ਜਾਗਰਤ ਕੀਤੇ, ਇਹੋ ਜਿਹੇ ਗੁਣ ਜਾਗਰਤ ਕੀਤੇ
कि गुरु महाराज जी ने इतनियां, छेवें पातशाह ने इतनियां मान वडेइयां दित्तियां भाई साहब भाई बिधि चंद जी नूं। महाराज ने कहा बिधि चंद छीना गुरु का सीना। ये बिधि चंद जिहड़ा छीना गोदते ने ये तो गुरु का सीना ही बन गए ने, गुरु का रूप ही हो गए ने। सो गुरु नानक सच्चे पातशाह जी कहते हैं भाई तुसीं गुणां दी सांझ पाओ। सो अपनी संगत अपनी कंपनी असीं वधिया रखीए, उन्हां रूहां दी संगत करिए ਜਿਹੜੀਆਂ ਸਾਨੂੰ ਰੱਬ ਦੇ ਨਾਲ ਜੋੜਦੀਆਂ ਨੇ, ਜਾਂ ਜ਼ਿੰਦਗੀ ਵਿੱਚ ਜਿਹੜੇ ਸਾਨੂੰ ਅੱਛੀਆਂ ਗੱਲਾਂ ਦੱਸਦੀਆਂ ਨੇ, ਜਿਸ ਨਾਲ ਸਾਡਾ ਜੀਵਨ ਵੀ ਸੋਹਣਾ ਹੋਵੇ ਔਰ ਵਾਹਿਗੁਰੂ ਜੀ ਦੀ ਯਾਦ ਵੀ ਬਣੀ ਰਹੇ। ਤੇ ਮਹਾਰਾਜ ਜੀ ਕਹਿੰਦੇ ਨੇ ਬਾਣੀ ਦੇ ਵਿੱਚ ਕਿ ਆਪਣੇ ਮਨ ਨੂੰ ਜਿੱਤੋ। ਅਸੀਂ ਦੂਸਰਿਆਂ ਨੂੰ ਜਿੱਤਣ ਤੇ ਲੱਗੇ ਹੋਏ ਹਾਂ। ਪਤੀ ਕਹਿੰਦਾ ਕਿ ਮੈਂ ਪਤਨੀ ਨੂੰ ਜਿੱਤ ਲਵਾਂ, ਪਤਨੀ ਕਹਿੰਦੀ ਮੈਂ ਪਤੀ ਨੂੰ ਜਿੱਤ ਲਵਾਂ, ਇਹ ਮੇਰੇ ਕਹਿਣੇ ਚੱਲੇ, है ना। माँ बाप कहते ने बच्चे साडे कहने विच चलन, हर रिश्ते विच हर जगह असीं चाहुंदे हां कि मेरा ही चले, सारे मेरे मुताबिक चलन, दूसरिਆਂ ਨੂੰ ਅਸੀਂ ਜਿੱਤ ਲਈਏ। महाराज कहते नहीं, तुसीं अपने मन नूं जित्तो। गुरु नानक सच्चे पातशाह जी कहते ने मन जीता है जग जीत। मन नूं जित लोगे तुसीं सारे ही जग नूं जित लोगे। सारे जग नूं जितण दा मतलब ये नहीं कि असीं रूल करना है किसी उत्ते, नहीं, ਸਾਰਿਆਂ ਦੇ ਦਿਲਾਂ ਦੇ ਵਿੱਚ ਤੁਸੀਂ ਬੈਠ ਜਾਓਗੇ, ਸਾਰਿਆਂ ਦੇ ਦਿਲਾਂ ਵਿੱਚ ਤੁਹਾਨੂੰ ਸਥਾਨ ਮਿਲ ਜਾਏਗਾ, ਉੱਚਾ ਸੁੱਚਾ ਪ੍ਰੇਮ ਭਰਿਆ। ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰੈ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਜੋਗੀ ਕੋ ਮਨ ਕੰਨ ਵਿੱਚ ਮੁਦਰਾ ਪਹਿਨਦੇ ਸਨ। महाराज कहते जोगी नूं संबोधन करके गुरु महाराज ने यह बाणी उचारी, जिहड़ा मुंदा संतोख वाली है पौड़ी है, लेकिन साडे सब लई है। असीं सारिआं ने योग जुड़ना है परमात्मा, जोगी मतलब जुड़ना, जिहड़ा जुड़दा होवे परमात्मा नाल, सो असीं भी जुड़ना है सारिआं नाल। महाराज कहते की करो, सबर संतोख दीआं मुद्रा पहनो ते सरम पत झोली, वो अपने कोल झोली रखते सन। महाराज जी कहते तुसीं शर्म के दो मतलब कड्ढे ने विद्वानां ने, एक है मिहनत, वो मंग के खांदे सन। महाराज कहते तुसीं मेहनत मुशक्कत करके अपनियां किरत कमाइयां विचों छको। दूसरा है शर्म दा विद्वानां ने मतलब कड्ढिया लज्जिया, सो निमरता विच आ जाओ, ये उन्होंने कहा। मुंदा संतोख शर्म पत झोली, ध्यान की करै विभूत। तो जोगी अपने पास राख रखते सन, थोड़ी थोड़ी देर बाद कढ़ के मली जानी, इत्थे भी ला लेना अपने। महाराज ने कहा तुसीं कादी विभूति लगानी है, तुसीं कादी सवाल लगानी है, ध्यान दी। वो बार बार सवाल लगाते सन, विभूति तुसीं बार बार परमात्मा की याद विच रहो, बारंबार बार प्रभ जपीए, पी अमृत मन तन तृपीए, ध्यान की करे विभूत, खिंथा काल। हुण वो खिंथा उपर टुकड़े टुकड़े जोड़ के वस्त्र लेंदे सन। महाराज कहंदे नहीं, तुसीं मौत नूं याद रखो हमेशा। अगर मौत याद है ना सानू, मान लो भी असीं हुणे सानू बुलावा आ जाना, फिर ना मन विच किसी ने मैल ना मेर ना तेर ना कोई नाराजगी, तो फिर तो रब रब करांगे, असीं शुभ शुभ करांगे। मौत नूं याद रखो, खिंथा काल कुआरी काया, शरीर नूं किवें रखना है, कुआरी कन्या दी तरह, मतलब पवित्र रखणियां ने अपनी इंद्रियां, अखां दे नाल शुभ शुभ देखना, सारे बच्चे ही देखना, ये परमात्मा दीआं भेजियां रूहां ने। ਕੰਨਾਂ ਦੇ ਨਾਲ ਕੀ ਕਰਨਾ, ਇਹ श्रवणो मेरेओ साचे सुनने नौ पठाए। कहते ने सच नूं सुनने दे तुहानूं लगाया गया, तो सच्ची बाणी सुनो, सच दे नाल जुड़ो। जीवां नूं भी कहता ये रसना तूं अनरस राज रही, तेरी प्यास ना जाए, तू होरे रसां विच लगी होई है, तू तां करना सी रसना जपती तू ही, तू तां उस परमात्मा नूं जपना सी। रसना गुण गोपाल निध गायन, शांत सहज रहस मन उपजो सगले दुख भुलाएं। रसना तू हरि दे गुण गा। तो पैरां नाल किहड़े मार्ग ते जाना, चरण चलो मार्ग गोबिंद। ओहो जे जीवन विच चाल चलनी है जिहदे नाल साडी गोबिंद वल नूं साडी चाल जावे। हत्थां नाल सेवा करनी, शुभ कर्म करने ने, गलत हत्थां नाल कुछ भी नहीं करना। सो कुआरी कन्या दी तरह इंद्रियां अपनियां पवित्र रखणियां। खिंथा काल कुआरी काया, जुगत डंडा प्रतीत, भरोसे का डंडा कोल रखना। वो जोगियां कोल डंडा हुंदा सी, क्योंकि उन्होंने
ਭਿੱਖਿਆ ਲੈਣ ਜਾਣਾ ਹੁੰਦਾ ਸੀ ਨਗਰ ਨਗਰ, ਗਾਉਂ ਗਾਉਂ, ਫਿਰ ਉਹ ਡੰਡਾ ਕੋਲ ਰੱਖਦੇ ਸਨ, ਕੋਈ ਸੱਪ ਨਾ ਆ ਜਾਵੇ, ਬਿੱਲਾ ਨਾ ਆ ਜਾਵੇ, ਕੁੱਤਾ, ਕੋਈ ਵੀ ਮਤਲਬ ਹੈ ਨਾ, ਆਪਣੀ ਸੇਫਟੀ ਲਈ। ਮਹਾਰਾਜ ਕਹਿੰਦੇ ਤੁਸੀਂ ਆਪਣੀ ਜੀਵਾਤਮਾ, ਆਪਣੀ ਸੇਫਟੀ ਦੇ ਲਈ ਭਰੋਸੇ ਦਾ ਡੰਡਾ ਰੱਖ ਆਪਣੇ ਕੋਲ, ਆਪਣੇ ਗੁਰੂ ਦੇ ਉੱਤੇ, ਪਾਰ ਬ੍ਰਹਮ ਪਰਮਾਤਮਾ ਦੇ ਉੱਤੇ ਭਰੋਸਾ ਰੱਖ ਦੋ। ਭਰੋਸਾ ਰੱਖेंगी फिर डोलेंगे नहीं है जीवात्मा, भरोसा नहीं रखेंगी फिर पल पल डोलांगे, पल पल डोली जावांगे। भरोसा रखो महाराज जी ने। अगे कह रहे ने आई पंथी सगल जमाती मन जीते जग जीत। जोगियां दियां 12 पंथियां सन, आई पंथी नूं कहंदे सारियां तो वधिया है, लेकिन महाराज कहंदे नहीं भाई, साडे लिए आई पंथी किहड़ी है? सगल जमाती, सारा ही संसार साडे लिए आई पंथी है। मन जीता जग जीत, तो मतलब सारिਆਂ ਨੂੰ प्रेम करना। ਇਹ ਜੁਗਤ ਦੱਸ ਦਿੱਤੀ ਹੈ ਸਾਰੀ ਇਸ ਪੌੜੀ ਦੇ ਵਿੱਚ। ਜਿਹੜੇ ਇਉਂ ਚੱਲਣਗੇ ਉਹ ਆਪਣੇ ਮਨ ਨੂੰ ਜਿੱਤ ਲੈਣਗੇ, ਉਹਨਾਂ ਦਾ ਮਨ ਉਹਨਾਂ ਦੇ ਕੰਟਰੋਲ ਵਿੱਚ ਆਵੇਗਾ। ਹੁਣ ਸੰਗਤ ਜੀ ਸਾਰਿਆਂ ਦਾ ਸਾਡਾ ਸਵਾਲ ਹੁੰਦਾ ਵੀ ਪਾਠ ਵੀ ਕਰੀਦਾ, ਸੰਗਤ ਵੀ ਕਰੀਦੀ, ਕਥਾ ਵਿਚਾਰ ਵੀ ਸੁਣੀਦੇ ਨੇ, ਅੰਮ੍ਰਿਤ ਵੇਲੇ ਵੀ ਉੱਠੀਦਾ, ਪਰ ਸਾਡਾ ਮਨ ਤਾਂ ਟਿਕਦਾ ਹੀ ਨਹੀਂ। ਹੁਣ ਇਹ ਸਾਰਾ ਫਾਰਮੂਲਾ ਜਿਹੜਾ ਇਹਦੀ ਐਪਲੀਕੇਸ਼ਨ ਸਾਡੇ ਕੋਲ ਹੋ ਜਾਵੇ ਅਗਰ ਜੀਵਨ ਦੇ ਵਿੱਚ, ਫਿਰ ਜਾ ਕੇ ਮਨ ਟਿਕੇਗਾ, ਐਵੇਂ ਨਹੀਂ। ਸੋ ਸੁਣਨ ਦਾ ਧਿਆਨ ਰੱਖਣਾ, ਬੋਲਣ ਦਾ, ਦੇਖਣ ਦਾ, ਸੁਰਤੀ ਦਾ, ਕਰਮਾਂ ਦਾ ਧਿਆਨ ਰੱਖਣਾ, ਤੇ ਇਹ ਸਾਰਾ ਕੁਝ ਮਿਲ ਕੇ ਫਿਰ ਵਾਰ-ਵਾਰ ਫਿਰ ਪਰਮਾਤਮਾ ਨੂੰ ਯਾਦ ਕਰੋ। ਮਹਾਰਾਜ ਜੀ ਕਹਿੰਦੇ ਭਰੋਸਾ ਗੁਰੂ ਦੇ ਉੱਤੇ ਰੱਖੋ, ਤਦ ਜਾ ਕੇ ਮਨ ਟਿਕਦਾ। ਮਹਾਰਾਜ ਜੀ ਕਹਿੰਦੇ ਨੇ ਜੀਵਨ ਜਿੰਦੇ ਜੀ ਮੁਕਤ ਹੋ ਜਾਓ ਤੁਸੀਂ। ਨਾਨਕ ਜੀਵ ਤੇ ਅਮਰ ਰਹੀਏ, ਐਸਾ ਯੋਗ ਕਮਾਈਏ। ਇਹ ਜੀਵਾਤਮਾ ਤੂੰ ਇਸ ਤਰ੍ਹਾਂ ਪਰਮਾਤਮਾ ਦੇ ਨਾਲ ਜੁੜ, ਉਸਦੀ ਯਾਦ ਵਿੱਚ ਇਤਨਾ ਪ੍ਰੇਮ ਦੇ ਨਾਲ ਰਹਿ, ਕੰਮ ਕਾਰ ਕਰ ਸਭ ਕੁਝ ਤੂੰ ਇਸ ਤਰ੍ਹਾਂ ਜੁੜ ਪਰਮਾਤਮਾ ਦੇ ਨਾਲ ਕਿ ਜਿਉਂਦੇ ਜੀ ਹੀ ਤੇਰੀ ਮਨ ਦੀ ਮੌਤ ਹੋ ਜਾਵੇ। ਮਨ ਤੋਂ ਪਾਰ ਹੋ ਕੇ ਜਿਹੜਾ ਮਨ ਦਾ ਜੋਤ ਸਰੂਪ ਆਤਮ ਰੂਪ ਹੈ ਉਹਦੇ ਵਿੱਚ ਤੂੰ ਪਹੁੰਚ ਜਾਵੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤਿ ਰੰਗਮਾ। ਆਪਣੇ ਜੋਤ ਸਰੂਪ ਵਿੱਚ ਪਹੁੰਚ, ਕਿਉਂਕਿ ਮਹਾਰਾਜ ਕਹਿੰਦੇ ਨੇ ਆਤਮ ਚੀਨ, ਇਹ ਹੈ ਜੋਤ ਸਰੂਪ। ਆਤਮ ਚੀਨ ਪ੍ਰਾਤਮ ਸੋਈ, ਗੁਰ ਸੰਗਤ ਇਹ ਨਿਸਤਾਰਾ ਹੈ। ਸਤਿਗੁਰਾਂ ਨੇ ਸੰਗਤ ਵਿੱਚ ਸਾਨੂੰ ਨਿਚੋੜ ਕੱਢ ਕੇ ਦੇ ਦਿੱਤਾ ਕਿ ਆਪਣੀ ਆਤਮਾ ਨੂੰ ਚੀਨੋ, ਪਛਾਣੋ। ਕਿਉਂਕਿ ਜਿਸਨੇ ਆਪਣੇ ਆਪ ਨੂੰ ਨਹੀਂ ਜਾਣਿਆ, ਆਪਣੇ ਸਰੂਪ ਨੂੰ ਨਹੀਂ ਜਾਣਿਆ, ਪਰਮਾਤਮਾ ਨੂੰ ਨਹੀਂ ਜਾਣ ਪਾਵੇਗਾ। ਅੰਤਰਮੁਖੀ ਹੋਏ ਤੋਂ ਬਿਨਾਂ, ਆਪਣੇ ਸੈਲਫ ਨੂੰ ਰਿਅਲਾਈਜ਼ ਕਰਨ ਤੋਂ ਬਿਨਾਂ ਨਹੀਂ ਪਰਮਾਤਮਾ ਨਾਲ ਮਿਲਾਪ ਹੋਣਾ, ਪਰਮਾਤਮਾ ਦੀ ਨਹੀਂ ਸਮਝ ਆਣੀ। ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਅਟਲ ਬਚਨ ਹੈ, ਆਤਮ ਚੀਨ ਪ੍ਰਾਤਮ ਸੋਈ, ਗੁਰ ਸੰਗਤ ਇਹ ਨਿਸਤਾਰਾ ਹੈ। ਸੋ ਆਪਣੇ ਆਤਮ ਰੂਪ ਨੂੰ ਜਾਗਰਤ ਕਰੋ, ਜਿਹਨੂੰ ਗੁਰੂ ਮਹਾਰਾਜ ਨੇ ਖਾਲਸਾ ਦਾ ਅੱਗੇ ਨਾਮ ਦੇ ਦਿੱਤਾ। ਮਹਾਰਾਜ ਨੇ ਵੀ ਇਹੀ ਬਚਨ ਕਹੇ ਨੇ, ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚੰਕ ਨਾਹਿਨ ਪੇਵ। ਜਿਹੜਾ ਆਤਮ ਰਸੀਆ ਹੋ ਗਿਆ, ਜਿਹੜੇ ਆਤਮਾ ਆਪਣੀ ਆਤਮਾ ਦੇ ਰਸ ਨੂੰ ਭੁੰਜ ਰਿਹਾ ਹੈ, ਉਹੀ ਹੈ ਖਾਲਸ, ਉਹ ਹੈ ਸ਼ੁੱਧ, ਉਹ ਹੈ ਪਿਓਰ। ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਿਨ ਪੇਵ। ਗੁਰੂ ਮਹਾਰਾਜ ਜੀ ਕਹਿੰਦੇ ਨੇ ਪਰਮਾਤਮਾ ਵਿੱਚ, ਗੁਰੂ ਵਿੱਚ ਔਰ ਉਸ ਆਤਮ ਰਸੀਏ ਵਿੱਚ ਰੰਚਕ ਜਿੰਨਾ ਵੀ ਫਰਕ ਨਹੀਂ। ਸੋ ਅਸੀਂ ਆਪਣੇ ਆਤਮ ਰਸ ਨੂੰ ਪੁੰਝਣਾ, ਉਹ ਰੱਬੀ ਗੁਣ ਜਦ ਤੱਕ ਜਾਗਰਤ ਨਹੀਂ ਹੁੰਦੇ, ਆਪਣੇ ਆਤਮਾ ਤੱਕ ਨਹੀਂ ਅਸੀਂ ਪਹੁੰਚ ਹੋਣਾ। ਇਹ ਤਾਂ ਔਗਣਾਂ ਦੀਆਂ ਮੈਲਾਂ ਖੜੀਆਂ ਨੇ, ਸਾਨੂੰ ਪਹੁੰਚਣ ਹੀ ਨਹੀਂ ਦਿੰਦੀਆਂ ਆਪਣੇ ਸੈਲਫ ਤੱਕ। ਗੁਰੂ ਮਹਾਰਾਜ ਜੀ ਨੇ ਔਰਤਾਂ ਦਾ ਸਨਮਾਨ ਕਰਨ ਨੂੰ ਵੀ ਕਿਹਾ ਬਾਣੀ ਦੇ ਵਿੱਚ, ਕਿਉਂਕਿ ਸਦੀਆਂ ਤੋਂ ਔਰਤਾਂ ਨੂੰ ਕਿਸੇ ਨੇ ਨਰਕ ਦੀ ਦੁਆਰੀ, ਕਿਸੇ ਨੇ ਤਾੜਨ ਦੀ ਅਧਿਕਾਰੀ, ਕਿਸੇ ਨੇ ਪੈਰ ਦੀ ਜੁੱਤੀ ਆਖਿਆ, ਕਿਸੇ ਨੇ ਬਾਗੜ ਆਖਿਆ ਔਰਤ ਨੂੰ, ਕਿਸੇ ਨੇ ਇਹਨੂੰ ਮਾਇਆ ਕਹਿ ਦਿੱਤਾ। ਮਾਇਆ ਤਾਂ ਸਾਰਾ ਸੰਸਾਰ ਮਾਇਆ ਦਾ ਰੂਪ ਵਿੱਚ ਵੀ ਹੈ, ਤਾਂ ਉਹ ਇਕੱਲੀ ਔਰਤ ਮਾਇਆ ਨਹੀਂ ਹੈ। ਤਾਂ ਉਹ ਔਰਤ ਨੂੰ ਨਿੰਦਦੇ ਹੀ ਰਹੇ, ਨਿੰਦਦੇ ਰਹੇ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ ਇਹਨੂੰ ਨਿੰਦੋ ਨਾ, ਇਹ ਤਾਂ ਸਤਿਕਾਰਨਯੋਗ ਹੈ। ਭੰਡ ਜਿਮੀਏ ਭੰਡ ਨਿਮੀਏ, ਭੰਡ ਮੰਗਣ ਵਿਆਹੋ, ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਹੋ। ਭੰਡ ਮੂਆ ਭੰਡ ਭਾਲੀਏ, ਭੰਡ ਹੋਵੇ ਬੰਧਾਨ, ਸੋ ਕਿਉ ਮੰਦਾ ਆਖੇ ਜਿਤ ਜੰਮੇ ਰਾਜਾ। ਗੁਰੂ ਮਹਾਰਾਜ ਕਹਿੰਦੇ ਤੂੰ ਔਰਤ ਤੋਂ ਹੀ ਪੈਦਾ ਹੁੰਦਾ,
औरत ही तैनूं कंसीव करदी है, औरत नाल ही तेरा मंगना हुंदा है, औरत नाल ही तेरा विआह हुंदा है। भंडो होवे दोस्ती भंडो चले राह, औरत नाल ही तू दोस्ती करदा, औरत दे नाल ही तेरी रिश्तेदारी बनदी है। सारा ये जिहड़ा संसार चलदा है औरत दे नाल ही चलदा है। अगर तेरे कोल औरत ना होवे, स्त्री ना होवे, कित्थे अगे संसार दी उत्पत्ति होवे? ये परमात्मा ने जरिया बनाया है, इवें ही सिस्टम बनाया है। सो अगर औरत मर जाती है, होर लभण लग जाना है तू। हुण किन्ना बारे सानूं ध्यान दिखाने, पैदा भी तू उहदे तों होया है, तैनूं कंसीव भी ਉਹੀ करदी, तेरे राह दी साथी भी ਉਹੀ है, तो तेरी दोस्त भी ਉਹੀ है, मंगना विआह भी तेरा ਉਹਦੇ ਨਾਲ ਹੁੰਦਾ, मर जावे तू होर ਲੱਭਦਾ ਫਿਰਦਾ, तो फिर सो क्यों मंदा आखिए जित जम्मे राजा। उस औरत ਨੂੰ तू क्यों मंदा आखदा है ਜਿਹੜੀ ਰਾਜਿਆਂ ਤੇ ਵੀ ਜਨਨੀ ਹੈ, ਕਿਉਂਕਿ ਅੱਗੇ ਰਾਜਿਆਂ ਨੂੰ ਲੋਕ ਕਹਿੰਦੇ ਸਨ ਇਹ ਨੇਕ ਕਲੰਕੀ ਅਵਤਾਰ ਨੇ, तो जिन्हों तू राजे ਨੂੰ ਕਹਿੰਦਾ ਨੇਕ ਕਲੰਕੀ ਅਵਤਾਰ, ਉਹਨੂੰ ਜਨਮ ਦੇਣੇ ਵਾਲੀ ਵੀ ਔਰਤ ਹੀ ਹੈ। ਸੋ ਇਹਨੂੰ ਨਿੰਦਣਾ ਨਹੀਂ। तो औरतां ਦੇ ਗੁਣਾਂ ਬਾਰੇ ਵੀ ਮਹਾਰਾਜ ਨੇ ਬਹੁਤ ਜ਼ਿਕਰ ਕੀਤਾ ਗੁਰਬਾਣੀ ਵਿੱਚ, ਉਹ ਫਿਰ ਅਲੱਗ ਟੌਪਿਕ ਲਵਾਂਗੇ। ਤੇ ਔਰਤ ਦੀ ਮਹਾਨਤਾ, ਔਰਤ ਨੂੰ ਵੀ ਆਪਣੇ ਉਹ ਗੁਣਾਂ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ, ਤਾਂ ਕਿ ਜੋ ਮਹਾਰਾਜ ਨੇ ਇੰਨਾ ਸਤਿਕਾਰ ਦਿੱਤਾ, ਉਹ ਸਤਿਕਾਰਯੋਗ ਜੀਵਨ ਸਾਡਾ ਹੋਵੇ ਸਭ ਦਾ। ਹੁਣ ਗੁਰੂ ਮਹਾਰਾਜ ਬਾਣੀ ਵਿੱਚ ਅੱਗੇ ਸਾਨੂੰ ਹੋਰ ਸਮਝਾਉਂਦੇ ਨੇ ਵੀ ਜਦੋਂ ਸਾਡੇ ਜੀਵਨ ਵਿੱਚ ਦੁੱਖ ਆਉਂਦੇ ਨੇ, ਹਨਾ, ਅਸੀਂ ਕਿੰਨਾ ਛਟਪਟਾਉਂਦੇ, ਮੇਰੇ ਨਾਲ ਇਹ ਕਿਉਂ ਹੋ ਗਿਆ, ਕਿਉਂ ਹੋ ਗਿਆ। ਗੁਰੂ ਮਹਾਰਾਜ ਕਹਿੰਦੇ ਇਹ ਤਾਂ ਦਾਰੂ ਨੇ, ਇਹ ਤਾਂ ਮੈਡੀਸਨ ਹੈ। ਦੁੱਖ ਦਾਰੂ ਸੁੱਖ ਰੋਗ ਪਿਆ, ਦੁੱਖ ਦਾਰੂ ਨੇ। ਕਿਉਂ ਦੁੱਖ ਦਾਰੂ ਨੇ? ਇੱਕ ਤਾਂ ਦੁੱਖਾਂ ਵਿੱਚ ਜਦੋਂ ਦੁੱਖ ਆਉਂਦੇ ਨੇ ਨਾ, ਅਸੀਂ ਆਪਣੇ ਕੋਲ ਆ ਜਾਂਦੇ ਹਾਂ, ਚੈੱਕ ਕਰਨ ਦਾ ਇੱਕ ਚਾਂਸ ਮਿਲਦਾ ਵੀ ਮੈਂ ਕੀ ਗਲਤ ਕਰਮ ਕੀਤੇ ਜਿਹਦੇ ਕਾਰਨ ਮੇਰੇ ਜੀਵਨ ਵਿੱਚ ਇਹ ਕਸ਼ਟ ਨੇ, ਇਹ ਦੁੱਖ ਆਏ ਨੇ। ਦੂਸਰਾ, ਸਾਨੂੰ ਦੁੱਖ ਜਿਹੜੇ ਨੇ ਉਹ ਸਟਰੋਂਗ ਵੀ ਬਣਾਉਂਦੇ ਨੇ, ਸ਼ਕਤੀਸ਼ਾਲੀ ਵੀ ਬਣਾਉਂਦੇ ਨੇ। ਔਰ ਦੁੱਖ ਵੇਲੇ ਸਾਨੂੰ ਸਭ ਦਾ ਪਤਾ ਚੱਲ ਜਾਂਦਾ, ਕੌਣ ਸਾਡੇ ਨਾਲ ਖੜਾ, ਕੌਣ ਸਾਡੇ ਨਹੀਂ, ਕੌਣ ਕੌਣ ਸਾਡਾ ਸਾਥ ਦੇ ਰਿਹਾ, ਕੌਣ ਕੌਣ ਸਾਨੂੰ ਛੱਡ ਕੇ ਭੱਜ ਰਿਹਾ, ਇਹ ਦੁੱਖ ਵੇਲੇ ਹੀ ਪਤਾ ਚੱਲਦਾ। ਔਰ ਦੁੱਖ ਹੀ ਨੇ ਸੰਗਤ ਜੀ ਜਿਹੜੇ ਸਾਨੂੰ ਪਰਮਾਤਮਾ ਤੱਕ ਲੈ ਕੇ ਜਾਂਦੇ ਨੇ। ਤੁਸੀਂ ਨੋਟ ਕਰੋ, ਜਿਨ੍ਹਾਂ ਦੇ ਘਰ ਵਿੱਚ ਸਾਰੀ ਸੁੱਖ ਸੁਵਿਧਾ, ਰਿਸ਼ਤਿਆਂ ਦਾ ਵੀ ਸੁੱਖ, ਧਨ ਦਾ ਵੀ ਸੁੱਖ, ਸਰੀਰ ਦਾ ਵੀ ਸੁੱਖ, ਸਾਰਾ ਕੁਝ ਜਿਨ੍ਹਾਂ ਕੋਲ ਹੈ, ਉਹ ਇਹਦੇ ਵਿੱਚ ਹੀ ਫਸੇ ਪਏ ਨੇ। ਵੀ ਸ਼ੁਕਰ ਹੈ, ਸ਼ੁਕਰ ਹੈ, ਇਹ ਤਾਂ ਸ਼ੁਕਰ ਹੈ, ਪਰ ਉਸ ਤੋਂ ਅਗਲੀ ਆਪਣੀ ਰੂਹ ਦੀ ਯਾਤਰਾ ਵੱਲ ਨੂੰ ਉਹਨਾਂ ਦਾ ਧਿਆਨ ਜਾ ਰਿਹਾ। ਸੁੱਖ ਵੀ ਫਸਾ ਲੈਂਦੇ ਨੇ। ਤਾਂ ਹਮਾਰੇ ਕੋ ਸੁੱਖ ਰੋਗ ਭਇਆ। ਸੋ ਹਾਂ, ਇਹ ਸੁੱਖਾਂ ਵਿੱਚ ਰਹਿੰਦਿਆਂ ਵੀ ਜਿਹੜਾ ਬਿਲਕੁਲ ਪਰਮਾਤਮਾ ਵੱਲ ਨੂੰ ਆਪਣੀ ਯਾਤਰਾ ਲੈ ਕੇ ਜਾ ਰਿਹਾ, ਗੋਬਿੰਦ ਵੱਲ ਨੂੰ ਜਿਹੜਾ ਚੱਲ ਰਿਹਾ ਅੰਦਰੋਂ ਸੁਰਤੀ ਕਰਕੇ, ਉਹਦੇ ਲਈ ਕੋਈ ਨਹੀਂ, ਉਹ ਇਹਨਾਂ ਸੁੱਖਾਂ ਵਿੱਚ ਫਸਿਆ ਨਹੀਂ ਹੋਇਆ। ਨਹੀਂ ਤਾਂ ਮਾਰੇ ਕਹਿੰਦੇ ਸੁੱਖ ਰੋਗ ਭਇਆ, ਜਾਂ ਸੁੱਖ ਤਾਮ ਨਾ ਹੋਈ। ਤਾਂ ਕੇਤਿਆਂ ਦੂਖ ਭੂਖ ਸਦ ਮਾਰ, ਇਹ ਬੇਦਾਤ ਤੇਰੀ ਦਾਤਾ। ਇਹ ਦਾਤਾ ਨੇ। ਬਹੁਤ ਵਾਰ ਇਤਿਹਾਸ ਵਿੱਚ ਅਸੀਂ ਪੜ੍ਹਿਆ, ਸੁਣਿਆ, ਸਾਖੀਆਂ ਸਰਵਣ ਕੀਤੀਆਂ, ਜਦੋਂ ਦੁੱਖ ਆਏ ਸਿੱਧੇ ਪਰਮਾਤਮਾ ਤੱਕ ਹੀ ਪਹੁੰਚ ਗਏ। ਪ੍ਰਹਿਲਾਦ ਭਗਤ ਜਦੋਂ ਪਿਓ ਨੇ ਸਤਾਉਣਾ ਸ਼ੁਰੂ ਕਰ ਦਿੱਤਾ, ਕਿੰਨਾ ਟੌਰਚਰ ਕੀਤਾ, ਇਹਨੂੰ ਮਾਰ ਦਿਓ, ਇਹਨੂੰ ਆਹ ਕਰ ਦਿਓ, ਆਪਣੀ ਭੈਣ ਵੀ ਬਿਠਾ ਦਿੱਤੀ ਹੋਲਿਕਾ, ਇਹਨੂੰ ਗੋਦੀ 'ਚ ਲੈ ਕੇ ਬੈਠਾ, ਇਹਨੂੰ ਅੱਗ ਨਾਲ ਜਲਾ ਦਿੱਤਾ ਜਾਵੇ। ਜਿੱਦਾਂ ਜਿੱਦਾਂ ਦੁੱਖ ਆਏ ਉਹਨਾਂ ਰਾਮ ਰਾਮ ਪਰਮਾਤਮਾ ਨੂੰ ਜ਼ਿਆਦਾ ਯਾਦ ਕੀਤਾ, ਪਰਮਾਤਮਾ ਨਾਲ ਹੀ ਮਿਲਾਪ ਹੋ ਗਿਆ। ਅੱਜ ਤੱਕ ਅਸੀਂ ਗੁਣ ਗਾਉਂਦੇ ਹਾਂ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਇਵੇਂ ਹੀ ਧਰੂ ਜੀ ਦੇ ਨਾਲ ਵੀ ਹੋਇਆ ਸੀ। ਸੋ ਰਾਜ ਖੋਲਿਆ ਗਿਆ, ਮਾਂ ਨੇ, ਮਤਰੇਈ ਮਾਂ ਨੇ ਪਿਓ ਦੀ ਗੋਦੀ ਵਿੱਚੋਂ ਕੱਢ ਕੇ ਬਾਹਰ ਮਾਰਿਆ। ਮਾਂ ਦੁਖੀ, ਉਹ ਮਾਂ ਨੂੰ ਪੁੱਛਿਆ ਵੀ ਦੁੱਖਾਂ ਤੋਂ ਛੁਟਕਾਰਾ ਕਿਵੇਂ ਹੋ ਸਕਦਾ? ਉਹਨੇ ਕਿਹਾ ਪਰਮਾਤਮਾ ਦਾ ਨਾਮ ਜਪਣ ਦੇ ਨਾਲ। ਨਾਮ ਜਪਣਾ ਸ਼ੁਰੂ ਕੀਤਾ, ਪਿਓ ਅੱਧਾ ਰਾਜ ਲੈ ਕੇ ਪਹੁੰਚ ਗਿਆ। ਕਿਹਾ ਨਹੀਂ, ਹੁਣ ਮੈਨੂੰ ਰਾਜ ਦੀ ਕੋਈ ਇੱਛਾ ਹੀ ਨਹੀਂ ਆ, ਉਸ ਨਾਮ ਦੇ ਵਿੱਚ ਜਿਹੜਾ ਇੰਨਾ ਪਰਮ ਸੁੱਖ ਹੈ, ਮੈਂ ਉਸੇ ਨੂੰ ਪਰਮਾਤਮਾ ਨੂੰ ਮਿਲਣਾ ਹੈ। ਰਾਜ ਵੀ ਮਿਲ ਗਿਆ ਔਰ ਪਰਮ ਸੁੱਖ ਪਰਮਾਤਮਾ ਵੀ ਮਿਲ ਗਿਆ। ਸੋ ਆਪਾਂ ਦੁੱਖਾਂ ਨੂੰ ਇਹ ਨੈਗੇਟਿਵਿਟੀ 'ਚ ਨਹੀਂ ਲੈਣਾ। ਜਦੋਂ ਸਾਡੇ ਗੁਰੂ ਮਹਾਰਾਜ ਨੇ ਕਹਿ ਦਿੱਤਾ ਤਾਂ ਇਹਦੇ ਵਿੱਚ ਬੜੇ ਗਹਿਰੇ ਛੁਪੇ ਹੋਏ ਰਾਜ ਨੇ। ਸੁੱਖ ਤਾਂ ਬਹੁਤੀ ਵਾਰ ਬੰਦੇ ਨੂੰ ਫਸਾ ਲੈਂਦੇ ਨੇ, ਸੁੱਖ ਤਾਂ ਬੰਦੇ ਨੂੰ ਹੰਕਾਰੀ ਵੀ ਕਰ ਦਿੰਦੇ ਨੇ। ਦੇਖੋ ਦੇਖੋ ਮੈਂ ਆ, ਤੇ ਦੂਸਰੇ ਕੋਲ ਇਹ ਨਹੀਂ, ਦੂਸਰੇ ਨੂੰ ਨੀਵਾਂ ਸਮਝਣ ਲੱਗ ਜਾਂਦੇ ਹਾਂ। ਅਗਰ ਸੁੱਖ ਸ਼ੁਕਰ ਵਿੱਚ ਨੇ,
ਔਰ ਪਰਮਾਤਮਾ ਵੱਲ ਨੂੰ ਲੈ ਕੇ ਜਾ ਰਹੇ ਨੇ ਤਾਂ ਫਿਰ ਉਹ ਮੁਬਾਰਕ ਨੇ ਉਹ ਸੁਖ ਸੰਗਤ ਜੀ। ਗੁਰੂ ਮਹਾਰਾਜ ਨੇ ਬੇਅੰਤ ਸਾਨੂੰ ਸਿਖਾਵਾਂ ਦਿੱਤੀਆਂ ਨੇ, ਨਿਮਰਤਾ ਵਿੱਚ ਰਹਿਣਾ ਹੈ। ਸੋ ਇਹ ਜਿਹੜਾ ਸੂਖਮ ਰੂਪ ਵਿੱਚ ਸਾਨੂੰ ਹਉਮੈ ਚੰਬੜੀ ਹੋਈ ਹੈ ਆਪਣੇ ਗੁਣਾਂ ਦੀ, ਆਪਣੇ ਸਟੇਟਸ ਦੀ, ਜਾਂ ਪਤਾ ਨਹੀਂ ਕੀ ਕੁਛ ਸੰਗਤ ਜੀ। ਸੋ ਮਹਾਰਾਜ ਜੀ ਕਹਿੰਦੇ ਨੇ ਤੁਸੀਂ ਭਾਈ ਨਿਮਰਤਾ ਦੇ ਵਿੱਚ ਰਹੋ, ਨਿਮਰਤਾ ਦੇ ਵਿੱਚ ਰਹੋ, ਕਿਉਂਕਿ ਅਸੀਂ, ਸਾਡਾ ਸੁਭਾਅ ਕੀ ਹੈ, ਜਿਹੜੀਆਂ ਪਰਮਾਤਮਾ ਨਾਲ ਜੁੜੀਆਂ ਰੂਹਾਂ ਨੇ, ਅਸੀਂ ਬਣ ਕੇ ਉਹੋ ਜਿਹੇ ਦੱਸਦੇ ਅਸੀਂ ਉਹੋ ਜਿਹੇ ਹਾਂ, ਪਰ ਅੰਦਰੋਂ ਅਸੀਂ ਕਿਹੋ ਜਿਹੇ ਹਾਂ। ਮਹਾਰਾਜ ਕਹਿੰਦੇ ਸਾਡਾ ਤਾਂ ਇਹ ਹਾਲ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਗੱਲਾਂ ਬਾਤਾਂ ਵਿੱਚ ਅਸੀਂ ਚੰਗੀਆਂ ਬਣ ਕੇ ਦੱਸ ਰਹੀਆਂ, ਪਰ ਸਾਡੇ ਆਚਾਰ ਨਹੀਂ ਕੋਈ ਚੰਗੇ, ਬੁਰੇ ਸਾਡੇ ਕਰਮ ਮਾੜੇ ਨੇ, ਸਾਡਾ ਬਿਹੇਵੀਅਰ, ਸਾਡਾ ਆਚਾਰ ਤਾਂ ਬਹੁਤ ਮਾੜਾ ਹੈ। ਬਾਹਰੋਂ ਚੰਗੇ ਬਣ ਕੇ ਦੱਸਦੇ ਆ, ਮਨੋਂ ਕੁਸਦਾਂ ਕਾਲੀਆਂ, ਬਾਹਰ ਚਿੱਟਵੀਆਂ। ਮਨ ਦੀਆਂ ਸੀ ਕਾਲੀਆਂ, ਮਨ ਦੀਆਂ ਸੀ ਮੈਲੀਆਂ, ਬਾਹਰੋਂ ਸੀ ਚਿੱਟੀਆਂ, ਚੰਗੀਆਂ ਬਣ ਕੇ ਦੱਸਦੀਆਂ। ਸਾਡਾ ਇਹ ਹਾਲ ਹੋਇਆ ਹੈ ਸੰਗਤ ਜੀ। ਆਪਣੇ ਆਪ ਨੂੰ ਅਸੀਂ ਹਿਲਾਈਏ, ਅਲਰਟ ਕਰੀਏ, ਮਹਾਰਾਜ ਜੀ ਸਾਨੂੰ ਹਿਲਾ ਰਹੇ ਨੇ। ਫਿਰ ਮਹਾਰਾਜ ਕਹਿੰਦੇ ਹੋਰ ਅਸੀਂ ਕੀ ਕਰ ਰਹੀਆਂ, ਰੀਸਾਂ ਕੜੇ ਤਨਾੜੀਆਂ ਜੋ ਸੇਵੇ ਦਰ ਖੜੀਆਂ। ਰੀਸਾਂ ਤਾਂ ਅਸੀਂ ਉਹਨਾਂ ਦੀਆਂ ਕਰਕੇ ਦੱਸਦੀਆਂ ਜਿਹੜੀਆਂ ਪਰਮਾਤਮਾ ਦੇ ਨਾਲ ਅਭੇਦ ਨੇ, ਉਹਦੇ ਦਰ ਤੇ ਨੇ, ਜਿਹੜੀਆਂ ਪਰਮਾਤਮਾ ਦੇ ਮਹਿਲ ਵਿੱਚ ਪਹੁੰਚ ਚੁੱਕੀਆਂ ਨੇ ਰੂਹਾਂ। ਸਰੀਰ ਸਾਡੀ ਤਰ੍ਹਾਂ ਉਹਨਾਂ ਦੇ ਚੱਲਦੇ ਫਿਰਦੇ ਨੇ, ਲੇਕਿਨ ਸੁਰਤੀ ਉਹਨਾਂ ਦੇ ਪਰਮਾਤਮਾ ਵਿੱਚ ਵਿਲੀਨ ਰਹਿੰਦੀ ਹੈ, ਜਿਨ੍ਹਾਂ ਨੂੰ ਪਰਮਾਤਮਾ ਨੇ ਪ੍ਰਵਾਨ ਕਰ ਲਿਆ ਹੈ। ਅਸੀਂ ਉਹਨਾਂ ਦੀਆਂ ਰੀਸਾਂ ਕਰਕੇ ਦੱਸਦੀਆਂ, ਰੀਸਾਂ ਕਰੇ ਤਨਾੜੀਆਂ, ਵੀ ਅਸੀਂ ਵੀ ਸ਼ਾਇਦ ਇਹੀ ਹੈਗੀਆਂ, ਬਾਹਰੋਂ ਦਿਖਾ ਰਹੇ ਅਸੀਂ। ਰੀਸਾਂ ਕੜੇ ਤਨਾੜੀਆਂ ਜੋ ਸੇਵੇ ਦਰ ਖੜੀਆਂ, ਨਾਲ ਖਸਮੇ ਰੱਤੀਆਂ ਮਾਣੇ ਸੁਖ ਰਲੀਆਂ। ਉਹ ਤਾਂ ਖਸਮੇ ਦੇ ਨਾਲ ਰੱਤੀਆਂ ਪਈਆਂ, ਸੁੱਖ ਮਾਣਦੀਆਂ ਨੇ, ਪਰਮ ਆਨੰਦ ਵਿੱਚ ਨੇ ਉਹ ਤਾਂ, ਉਹ ਰੂਹਾਂ। ਉਹਨਾਂ ਦੀਆਂ ਅਸੀਂ ਰੀਸਾਂ ਕਰਕੇ ਦਿਖਾਉਂਦੀਆਂ ਵੀ ਮੈਂ ਵੀ ਏਦਾਂ ਦੀਆਂ ਨਹੀਂ। ਆਪਣੇ ਮਹਾਰਾਜ ਕਹਿੰਦੇ ਸੈਲਫ ਨੂੰ ਚੈੱਕ ਕਰੋ, ਮਹਿਲਾਂ ਨੂੰ ਦੇਖੋ ਆਪਣੀਆਂ ਨੂੰ, ਉਹਨਾਂ ਨੂੰ ਸਾਫ਼ ਕਰੋ। ਉਹ ਜਿਹੜੀਆਂ ਪਰਮਾਤਮਾ ਦੇ ਮਹਿਲਾਂ ਵਿੱਚ ਪਹੁੰਚ ਗਈਆਂ ਨੇ, ਸੁਰਤੀ ਜਿਨ੍ਹਾਂ ਦੀ ਪਰਮਾਤਮਾ ਵਿੱਚ ਵਿਲੀਨ ਰਹਿੰਦੀ ਹੈ, ਉਹ ਉਹਨਾਂ ਦਾ ਜੀਵਨ ਕਿਹੋ ਜਿਹਾ ਹੈ। ਉਹ ਕਹਿੰਦੇ ਨੇ ਹੋਂਦੇ ਤਾਣ ਤਾਣੀਆਂ ਰਹਿਣ ਨਿਮਾਨੜੀਆਂ। ਉਹਨਾਂ ਕੋਲ ਸਾਰਾ ਬਲ ਹੈ, ਸਾਰੀ ਸ਼ਕਤੀ ਹੈ, ਕਿਉਂਕਿ ਪਰਮਾਤਮਾ ਉਹਨਾਂ ਦੇ ਕੋਲ ਹੈ, ਲੇਕਿਨ ਉਹ ਨਿਮਰਤਾ ਵਿੱਚ ਰਹਿੰਦੀਆਂ ਨੇ, ਤਾਣ ਹੁੰਦੀਆਂ ਨਿਮਰਤਾ ਵਿੱਚ ਰਹਿੰਦੀਆਂ ਨੇ। ਹੁਣ ਸਾਨੂੰ ਫਿਰ ਕੀ ਕਰਨਾ ਚਾਹੀਦਾ ਹੈ? ਮਾਰੇ ਕਹਿੰਦੇ ਫਿਰ ਤੁਸੀਂ ਕੀ ਕਰੋ ਭਾਈ, ਨਾਨਕ ਜਨਮ ਸਕਾਰਥਾ, ਅਗਰ ਜੀਵਨ ਆਪਣਾ ਸਫਲ ਕਰਨਾ ਹੈ, ਜੇ ਤਿੰਨ ਕੇ ਸੰਗ ਮਿਲਾ, ਫਿਰ ਉਹਨਾਂ ਦੀ ਸੰਗਤ ਕਰੀਏ ਅਸੀਂ ਜਿਹੜੀਆਂ ਪਰਮਾਤਮਾ ਨਾਲ ਜੁੜੀਆਂ ਰੂਹਾਂ ਨੇ ਔਰ ਨਿਮਰਤਾ ਵਿੱਚ ਵੀ ਰਹਿੰਦੀਆਂ ਨੇ। ਤੋ ਜਿਨ੍ਹਾਂ ਦਾ ਸਹੀ ਮਾਇਨੇ ਵਿੱਚ ਜੀਵਨ ਹੈ, ਉਹਨਾਂ ਦੀ ਸੰਗਤ ਕਰੀਏ, ਸਾਡਾ ਜੀਵਨ ਵੀ ਬਣ ਜਾਵੇ। ਸਾਰਾ ਤਾਣ ਹੁੰਦਿਆਂ ਅਸੀਂ ਵੀ ਨਿਤਾਣੇ ਹੋ ਜਾਈਏ। ਸੰਗਤ ਜੀ, ਬੇਅੰਤ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਉਪਦੇਸ਼ ਨੇ, ਇਹ ਸਾਰੇ ਮਹਾਰਾਜ ਨੇ ਜੋ ਸਾਨੂੰ ਬਾਣੀ ਵਿੱਚ ਸਮਝਾਏ ਨੇ। ਸਤਿਗੁਰਾਂ ਦੇ ਚਰਨਾਂ ਵਿੱਚ ਅਸੀਂ ਸਾਰੀ ਸੰਗਤ ਰੂਪ ਵਿੱਚ ਅਰਦਾਸ ਬੇਨਤੀ ਕਰੀਏ ਕਿ ਗੁਰੂ ਮਹਾਰਾਜ ਜੀ, ਸਾਡਾ ਤਾਂ ਮਨ ਵੀ ਨਹੀਂ ਟਿਕਦਾ, ਸਾਡੇ ਤਾਂ ਆਚਾਰ ਵੀ ਚੰਗਾ ਨਹੀਂ, ਸਾਡਾ ਤਾਂ ਇਹੀ ਹਾਲ ਹੈ ਮਹਾਰਾਜ ਜੀ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋਂ ਕੁਸੁੱਧਾਂ ਕਾਲੀਆਂ ਬਾਹਰ ਚਿੱਟਵੀਆਂ। ਬਾਹਰੋਂ ਅਸੀਂ ਚੰਗੀਆਂ ਬਣ ਕੇ ਦਿਖ ਰਹੀਆਂ ਮਹਾਰਾਜ ਜੀ, ਅੰਦਰ ਅਸੀਂ ਮੈਲਾਂ ਨਾਲ ਭਰੇ ਹੋਈਆਂ। ਸਾਰੀ ਸੰਗਤ ਜੀ ਦੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ, ਦਾਤਾ ਜੀ ਸਾਡੀਆਂ ਜਨਮਾਂ ਦੀਆਂ ਮੈਲਾਂ ਕੱਟ ਦਿਓ ਜੀ। ਅਸੀਂ ਔਗਣ ਹਾਰੇ ਹਾਂ, ਤੁਸੀਂ ਤਰਸ ਕਰੋ। ਮੈਂ ਨਿਰਗੁਣ ਆਰੇ ਕੋ ਗੁਣ ਨਹੀਂ, ਆਪੇ ਤਰਸ ਪਿਓ। ਦਾਤਾ ਜੀ ਤਰਸ ਕਰੋ, ਤੁਸੀਂ ਸਾਨੂੰ ਵੀ ਪਰਮਾਤਮਾ ਦੇ ਦਰ ਵਿੱਚ, ਸਾਨੂੰ ਵੀ ਪਰਮਾਤਮਾ ਦੇ ਮਹਿਲਾਂ ਦੇ ਵਿੱਚ ਪਹੁੰਚਾਓ ਦਾਤਾ ਜੀ। ਆਪ ਦਾ ਦਰ ਬਹੁਤ ਵੱਡਾ ਹੈ, ਆਪ ਜੀ ਦਾ ਬਖਸ਼ਿਸ਼ ਦਾ ਦਰ ਬਹੁਤ ਵੱਡਾ ਹੈ, ਆਪ ਜੀ ਦੀ ਰਹਿਮਤ ਬਹੁਤ ਵੱਡੀ ਹੈ ਦਾਤਾ ਜੀ। ਸਾਡੇ ਗੁਨਾਹ ਬਖਸ਼ ਕੇ, ਸਾਡੀਆਂ ਮੈਲਾਂ ਸਾਫ਼ ਕਰਕੇ ਦਾਤਾ ਜੀ ਸਾਨੂੰ ਵਾਹਿਗੁਰੂ ਜੀ ਦੇ ਨਾਲ ਅਭੇਦ ਕਰ ਦਿਓ ਦਾਤਾ ਜੀ। ਸਾਨੂੰ ਕੋਈ ਜੁਗਤ ਨਹੀਂ ਆਉਂਦੀ ਦਾਤਾ ਜੀ। ਕੋਟਾਨ ਸ਼ੁਕਰਾਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ, ਆਪ ਸਾਰੀਆਂ ਸੰਗਤਾਂ ਦਾ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਸੰਗਤ ਜੀ ਬਖਸ਼ ਦੇਣਾ ਜੀ, ਭੁੱਲਾਂ ਬਖਸ਼ ਦੇਣਾ। ਹਮੇਸ਼ਾ ਹੀ ਆਪਣੀਆਂ ਅਸੀਸਾਂ ਬਣਾ ਕੇ ਰੱਖਣਾ ਸੰਗਤ ਜੀ। ਤੁਹਾਡੇ ਹੀ ਚਰਨਾਂ ਦੀ ਧੂੜੀ ਦੇ ਪਿੱਛੇ ਗੁਰੂ ਮਹਾਰਾਜ ਜੀ ਸਾਨੂੰ ਵੀ ਸੰਗਤ ਬਖਸ਼ ਦਿੰਦੇ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।